ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਲਾਈਵ ਕਪੜ ਛਾਣ ਦਾ ਖਾਸ ਪ੍ਰੋਗਰਾਮ ਵੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗਗਨਦੀਪ ਸਿੰਘ ਤੇ ਲੈ ਕੇ ਹਾਜ਼ਰ ਹਾਂ। ਇਸ ਪ੍ਰੋਗਰਾਮ ਦੇ ਵਿੱਚ ਪੰਜਾਬ ਦੀ ਸਿਆਸਤ ਦੇ ਖਾਸ ਮਸਲੇ ਚਰਚਾ ਇਸ ਦੇ ਪ੍ਰੋਗਰਾਮ ਦੇ ਵਿੱਚ ਰਹੇਗੀ ਕਿ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਬੇਸ਼ੱਕ ਕੁਰਸੀ ਬਿਠਾਊ ਸਮਾਗਮ ਦੇ ਵਿੱਚ ਇਕੱਠੇ ਹੋ ਗਏ ਪਰ ਸਿਆਸੀ ਤੌਰ ਦੇ ਉੱਤੇ ਹਜੇ ਵੀ ਇਕੱਠੇ ਨਜ਼ਰ ਨਹੀਂ ਆ ਰਹੇ। ਇਹਨਾਂ ਦੇ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਚੁਣੌਤੀਆਂ ਕੀ ਨੇ, ਕਿਸ ਤਰ੍ਹਾਂ ਹਾਈਕਮਾਨ ਦਾ 18 ਸੂਤਰੀ ਏਜੰਡੇ ਦੇ ਉੱਤੇ ਕੰਮ ਕੀਤਾ ਜਾਣਾ ਹੈ, ਕਿ ਕੈਪਟਨ ਅਮਰਿੰਦਰ ਸਿੰਘ ਕਰਨਗੇ ਜਾਂ ਫਿਰ ਨਵਜੋਤ ਸਿੰਘ ਸਿੱਧੂ ਕਰਵਾਉਣਗੇ, ਇਸ ਦੇ ਉੱਤੇ ਵੀ ਚਰਚਾਵਾਂ ਜਿਹੜੀਆਂ ਲਗਾਤਾਰ ਬਣੀਆਂ ਹੋਈਆਂ ਨੇ। ਇਸ ਦੇ ਉੱਤੇ ਟਿੱਪਣੀ ਡਾਲਾ ਸਾਹਿਬ ਤੋਂ ਲਾਵਾਂਗੇ ਤੇ ਉਧਰ ਦੂਜੇ ਪਾਸੇ ਵਿਧਾਇਕ ਹੁਣ ਕਿਤੇ ਨਾ ਕਿਤੇ ਦੋ ਚਿੱਤੀ ਦੇ ਵਿੱਚ ਨਜ਼ਰ ਆ ਰਹੇ ਨੇ ਕਿ ਪ੍ਰਧਾਨ ਵਾਲੇ ਪਾਸੇ ਜਾਇਆ ਜਾਂ ਮੁੱਖ ਮੰਤਰੀ ਵਾਲੇ ਪਾਸੇ। ਇਸ ਦੇ ਉੱਤੇ ਵੀ ਪ੍ਰੋਗਰਾਮ ਦੇ ਵਿੱਚ ਟਿੱਪਣੀ ਰਹੇਗੀ ਤੇ ਗੱਲਬਾਤ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਚਿਹਰੇ ਦੇ ਉੱਤੇ ਵੀ ਕਰਾਂਗੇ। ਸਭ ਤੋਂ ਪਹਿਲਾਂ ਡਾਲਾ ਸਾਹਿਬ ਦਾ ਸਵਾਗਤ ਕਰਦੇ ਹਾਂ। ਡਾਲਾ ਜੀ ਸਵਾਗਤ ਹੈ ਜੀ। ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਡਾਲਾ ਸਾਹਿਬ, ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਦੇ ਦਿਲਾਂ ਦੀ ਕੜਤਨ ਹਜੇ ਲੱਗਦਾ ਖਤਮ ਨਹੀਂ ਹੋਈ। ਜੇਕਰ ਅਜਿਹਾ ਕੁਝ ਸੱਚੇ-ਮੁੱਚ ਚੱਲ ਰਿਹਾ ਹੈ, ਅੰਦਰੋਂ ਅੰਦਰੀ ਕੁਝ ਚੱਲ ਰਿਹਾ ਹੈ, ਤਾਂ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ 'ਚ ਦੋਹਾਂ ਦੇ ਅੱਗੇ ਬਹੁਤ ਵੱਡੇ ਚੈਲੰਜ ਹੋਣਗੇ। ਦੇਖੋ, ਪਹਿਲਾਂ ਤਾਂ ਮੈਂ ਇਹ ਜ਼ਰੂਰ ਤੁਹਾਨੂੰ ਗਗਨ ਸਪਸ਼ਟ ਕਰਨਾ ਚਾਹੂੰਗਾ ਕਿ ਕੈਪਟਨ ਅਮਰਿੰਦਰ ਔਰ ਨਵਜੋਤ ਸਿੰਘ ਸਿੱਧੂ ਦੋਨਾਂ ਦੀ ਸਿਆਸਤ ਕਰਨ ਦੀ ਸ਼ੈਲੀ ਬਿਲਕੁਲ ਵੱਖਰੀ ਹੈ। ਕੈਪਟਨ ਅਮਰਿੰਦਰ ਦਾ ਸਿਆਸਤ ਦਾ ਆਪਣਾ ਢੰਗ ਹੈ, ਨਵਜੋਤ ਸਿੰਘ ਸਿੱਧੂ ਦੀ ਸਿਆਸਤ ਦਾ ਆਪਣਾ ਢੰਗ ਹੈ। ਪਰ ਜੇ ਅਸੀਂ ਆਚਰਣ ਦੇਖੀਏ, ਕੈਪਟਨ ਅਮਰਿੰਦਰ ਸਿੰਘ ਦਾ ਆਚਰਣ ਵੀ ਇਸ ਤਰੀਕੇ ਦਾ ਰਿਹਾ ਹੈ ਕਿ ਜਿਹੜਾ ਸਾਹਮਣੇ ਵਾਲਾ ਲੀਡਰ ਉਹਨਾਂ ਨੂੰ ਪਸੰਦ ਨਹੀਂ ਆਇਆ, ਕੈਪਟਨ ਅਮਰਿੰਦਰ ਨੇ ਉਹਨੂੰ ਕਦੀ ਪ੍ਰਵਾਨ ਨਹੀਂ ਕੀਤਾ। ਔਰ ਨਵਜੋਤ ਸਿੰਘ ਸਿੱਧੂ ਦਾ ਆਚਰਣ ਵੀ ਇਸੇ ਤਰ੍ਹਾਂ ਦਾ ਹੈ। ਨਵਜੋਤ ਸਿੰਘ ਸਿੱਧੂ ਨੂੰ ਜਿਹੜਾ ਸਾਹਮਣੇ ਵਾਲਾ ਲੀਡਰ ਪਸੰਦ ਨਹੀਂ ਆਇਆ, ਨਵਜੋਤ ਸਿੰਘ ਸਿੱਧੂ ਦਾ ਆਚਰਣ ਵੀ ਉਸੇ ਤਰ੍ਹਾਂ ਦਾ ਰਿਹਾ। ਕੈਪਟਨ ਅਮਰਿੰਦਰ ਦਾ ਪ੍ਰਤਾਪ ਬਾਜਵਾ ਦੇ ਪ੍ਰਤੀ ਰੁਖ, ਕੈਪਟਨ ਅਮਰਿੰਦਰ ਦਾ ਸ਼ਮਸ਼ੇਰ ਦੂਲੋਂ ਦੇ ਪ੍ਰਤੀ ਰੁਖ, ਭੱਠਲ ਔਰ ਕੈਪਟਨ ਅਮਰਿੰਦਰ ਦਾ ਟਕਰਾਅ। ਸੋ ਆਪਣੇ ਸਮਕਾਲੀ ਤਾਕਤਵਰ ਲੀਡਰਾਂ ਦੇ ਨਾਲ ਕੈਪਟਨ ਅਮਰਿੰਦਰ ਦੀ ਕਦੇ ਨਹੀਂ ਬਣੀ। ਤੇ ਹੁਣ ਨਵਜੋਤ ਸਿੰਘ ਸਿੱਧੂ ਸੀ, ਕਿਉਂਕਿ ਸੀਨੀਅਰ ਤਾਂ ਕੈਪਟਨ ਅਮਰਿੰਦਰ ਰਹੇ, ਕਾਂਗਰਸ 'ਚ ਪੁਰਾਣੇ ਨੇ। ਉੱਦਾਂ ਘੱਟ ਸੀਨੀਅਰ ਸਿੱਧੂ ਵੀ ਨਹੀਂ, ਕਿਉਂਕਿ ਸਿੱਧੂ ਵੀ 4 ਵਾਰ ਦਾ MP ਹੈ, ਹੁਣ ਤਾਂ 1 ਵਾਰ ਦਾ MLA ਮੰਤਰੀ ਵੀ ਹੈ, ਪ੍ਰਧਾਨ ਹੈ ਕਾਂਗਰਸ ਦਾ। ਸੋ ਇਸ ਕਰਕੇ ਕੈਪਟਨ ਅਮਰਿੰਦਰ ਔਰ ਸਿੱਧੂ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਦੀ ਸਿਧਾਂਤਕ ਸਾਂਝ ਬਣੂਗੀ। ਇਹ ਦੋਵੇਂ ਲੀਡਰ ਕਦੀ ਇਕੱਠੇ ਨਹੀਂ ਹੋ ਸਕਦੇ। ਹਾਂ ਠੀਕ ਹੈ, ਪਾਰਟੀ ਇਹ ਗੱਲਾਂ ਕਰ ਸਕਦੀ ਹੈ ਵੀ ਇੱਕ ਮੰਚ ਤੇ ਬਹਿ ਗਏ, ਇੱਕ ਸਮਾਗਮ 'ਚ ਬਹਿ ਗਏ, ਹੁਣ ਆਪਸ ਦੇ ਵਿੱਚ ਇਹਨਾਂ ਦੇ ਵਿੱਚ ਏਕਤਾ ਆ ਗਈ। ਕੈਪਟਨ ਅਮਰਿੰਦਰ ਔਰ ਨਵਜੋਤ ਸਿੰਘ ਸਿੱਧੂ ਦੇ ਵਿੱਚ ਹੁਣ ਕਦੀ ਵੀ ਸਿਆਸੀ ਸਮਾਨਤਾ, ਸਿਆਸੀ ਏਕਤਾ ਮੈਨੂੰ ਦੂਰ ਤੱਕ ਨਜ਼ਰ ਨਹੀਂ ਆਉਂਦੀ। ਦੂਸਰੀ ਗੱਲ, ਪਹਿਲਾਂ ਸਾਨੂੰ ਇਹ ਸਮਝਣਾ ਪਊਗਾ ਕਿ ਹਾਈ ਕਮਾਂਡ ਕੀ ਚਾਹੁੰਦੀ ਹੈ। ਹਾਈ ਕਮਾਂਡ 'ਚ ਰਾਹੁਲ ਗਾਂਧੀ ਔਰ ਪ੍ਰਿੰਕਾ ਗਾਂਧੀ ਨਵੀਂ ਲੀਡਰਸ਼ਿਪ ਨੂੰ ਉਭਾਰਨਾ ਚਾਹੁੰਦੇ ਨੇ, ਕਿਉਂਕਿ ਕੈਪਟਨ ਅਮਰਿੰਦਰ ਉਹਨਾਂ ਦੀ ਉਮਰ ਸਿਆਣੀ ਹੋ ਗਈ। ਹੁਣ ਸੋਨੀਆ ਗਾਂਧੀ ਖੁਦ ਸਰਗਰਮ ਨਹੀਂ, ਸੋਨੀਆ ਗਾਂਧੀ ਖੁਦ ਪ੍ਰਧਾਨ ਨਹੀਂ ਸੀ ਬਣਨਾ ਚਾਹ ਰਹੀ ਐਕਟਿੰਗ ਆਲ ਇੰਡੀਆ ਕਾਂਗਰਸ ਕਮੇਟੀ ਦੀ। ਉਹ ਤਾਂ ਸਾਰਿਆਂ ਨੇ ਜ਼ੋਰ ਪਾਇਆ, ਹੋਰ ਕੋਈ ਲੀਡਰ ਨਹੀਂ ਸੀ। ਰਾਹੁਲ ਗਾਂਧੀ ਪ੍ਰਧਾਨ ਬਣਨ ਨੂੰ ਤਿਆਰ ਨਹੀਂ ਸੀ, ਤਾਂ ਕਰਕੇ ਸੋਨੀਆ ਗਾਂਧੀ ਕਾਰਜਕਾਰੀ ਪ੍ਰਧਾਨ ਬਣੇ। ਨਹੀਂ ਤਾਂ ਸੋਨੀਆ ਗਾਂਧੀ ਵੀ ਇਸ ਉਮਰ 'ਚ ਸਿਆਸਤ ਨਹੀਂ ਕਰਨਾ ਚਾਹੁੰਦੇ। ਹੁਣ ਰਾਹੁਲ ਗਾਂਧੀ ਨੂੰ ਕਿਸੇ ਨਾ ਕਿਸੇ ਤਰੀਕੇ ਕਨਵਿੰਸ ਕਰ ਲਿਆ ਲੀਡਰਾਂ ਨੇ ਕਿ ਤੁਸੀਂ ਚੋਣ ਲੜੋ, ਤੁਸੀਂ ਪ੍ਰਧਾਨ ਬਣੋ, ਤੁਹਾਨੂੰ ਖੁੱਲ੍ਹ ਕੇ ਫੈਸਲੇ ਲੈਣ ਦੀ ਆਜ਼ਾਦੀ ਹੋਊਗੀ। ਕਿਉਂ? ਕਿਉਂਕਿ ਰਾਹੁਲ ਗਾਂਧੀ ਨੇ ਤਾਂ ਕਾਂਗਰਸੀਆਂ ਨੂੰ ਕਹਿਤਾ ਤੁਸੀਂ ਆਪਣਾ ਪ੍ਰਧਾਨ ਚੁਣ ਲਓ। ਇਹਨਾਂ ਨੂੰ ਪ੍ਰਧਾਨ ਹੀ ਨਹੀਂ ਲੱਭਿਆ। ਦੇਖੋ, ਵੱਡੇ ਕਾਂਗਰਸ ਦੇ ਲੀਡਰ ਆਪਣੇ ਆਪ ਨੂੰ ਬਹੁਤ ਵੱਡੀਆਂ ਸਿਆਸੀ ਤੋਪਾਂ ਮੰਨਦੇ ਨੇ ਕਈ। ਇਹਨਾਂ ਕੋਲੇ ਆਲ ਇੰਡੀਆ ਕਾਂਗਰਸ ਕਮੇਟੀ ਦੀ ਪ੍ਰਧਾਨ ਦਾ ਫੈਸਲਾ ਨਹੀਂ ਹੋਇਆ ਤੇ ਫਿਰ ਰਾਹੁਲ ਗਾਂਧੀ ਨੂੰ ਕਹਿੰਦੇ ਨਹੀਂ ਜੀ ਤੁਸੀਂ ਹੀ ਆਓ। ਸੋ ਜਦੋਂ ਰਾਹੁਲ ਗਾਂਧੀ ਨੂੰ ਇਹਨਾਂ ਨੇ ਮਨਾ ਲਿਆ ਚੋਣਾਂ ਲੜਨ ਦੇ ਲਈ, ਤੇ ਫਿਰ ਰਾਹੁਲ ਗਾਂਧੀ ਆਪਣੀ ਮਰਜ਼ੀ ਨਾਲ ਫੈਸਲੇ ਕਰੂ। ਨਵਜੋਤ ਸਿੰਘ ਸਿੱਧੂ ਦਾ ਫੈਸਲਾ ਵੀ ਰਾਹੁਲ ਗਾਂਧੀ ਔਰ ਪ੍ਰਿੰਕਾ ਗਾਂਧੀ ਨੇ ਆਪਣੀ ਸਿਆਸੀ ਸੂਝ-ਬੂਝ ਦੇ ਨਾਲ ਕੀਤਾ ਕਿ ਅਸੀਂ ਅਗਲੀ ਜਨਰੇਸ਼ਨ ਸਿਆਸਤ ਕਿਸ ਨੂੰ ਨਾਲ ਲੈ ਕੇ ਅਸੀਂ ਕਰਨੀ ਹੈ। ਇਸ ਕਰਕੇ ਹੁਣ ਜਿੱਥੋਂ ਤੱਕ ਕੈਪਟਨ ਅਮਰਿੰਦਰ ਦੀ ਗੱਲ ਰਹੀ, ਮੈਂ ਅਖਬਾਰ ਪੜ੍ਹਦਾ ਵੱਖ-ਵੱਖ ਮੈਂ ਵਿਸ਼ਲੇਸ਼ਣ ਪੜ੍ਹਦਾ। ਉਹਨਾਂ ਦੇ ਵਿੱਚ ਇੱਕ ਗੱਲ ਕਾਫੀ 2 ਦਿਨਾਂ ਦੀ ਹਾਵੀ ਸੀ ਕਿ ਕੈਪਟਨ ਅਮਰਿੰਦਰ ਸਿੰਘ ਇਸ ਕਰਕੇ ਸਮਾਗਮ 'ਚ ਆ ਗਏ ਵੀ ਕਈ ਲੀਡਰਾਂ ਦੇ ਨਾਲ ਕੈਪਟਨ ਅਮਰਿੰਦਰ ਨੇ ਮੀਟਿੰਗਾਂ ਕੀਤੀਆਂ। ਪ੍ਰਤਾਪ ਬਾਜਵਾ ਗਿਆ, ਲਾਲ ਸਿੰਘ ਮਿਲ ਕੇ ਆਏ ਸਿਸਮਾ ਫਾਰਮ, ਲਾਲ ਸਿੰਘ ਵੀ ਲੰਚ ਕਰਕੇ ਆਏ ਤੇ ਲਾਲ ਸਿੰਘ ਨੇ ਸਮਝਾਇਆ ਕਿ ਤੁਸੀਂ ਵਿਧਾਇਕ ਦਲ ਦੇ ਲੀਡਰ ਹੋ, ਤੁਸੀਂ ਬੜੇ ਪੁਰਾਣੇ ਹੋ, ਤੁਹਾਨੂੰ ਆਉਣਾ ਜ਼ਰੂਰ ਚਾਹੀਦਾ। ਇਸ ਕਰਕੇ ਕੈਪਟਨ ਅਮਰਿੰਦਰ ਗਏ। ਪਰ ਕਿਤੇ ਨਾ ਕਿਤੇ ਇਹ ਵੀ ਦੇਖਿਆ ਜਾ ਸਕਦਾ ਕਿ ਅਗਰ ਕੈਪਟਨ ਅਮਰਿੰਦਰ ਉਸ ਸਮਾਗਮ 'ਚ ਨਾ ਜਾਂਦੇ ਤੇ ਸੋਨੀਆ ਗਾਂਧੀ, ਰਾਹੁਲ ਗਾਂਧੀ ਔਰ ਪ੍ਰਿੰਕਾ ਗਾਂਧੀ ਲਈ ਇਹ ਚੰਗਾ ਸੁਨੇਹਾ ਨਹੀਂ ਸੀ ਜਾਣਾ ਕਿ ਹਾਈ ਕਮਾਂਡ ਨੇ ਜਿਹੜਾ ਫੈਸਲਾ ਕੀਤਾ ਤੇ ਸਿੱਧੂ ਦੀ ਪ੍ਰਧਾਨਗੀ ਦੇ ਸਮਾਗਮ 'ਚ ਕੈਪਟਨ ਨਹੀਂ ਗਏ, ਜਦਕਿ ਕੈਪਟਨ ਕਹਿ ਚੁੱਕੇ ਨੇ ਕਿ ਜੋ ਸੋਨੀਆ ਗਾਂਧੀ ਫੈਸਲਾ ਕਰਨਗੇ ਮੈਨੂੰ ਮਨਜ਼ੂਰ ਹੋ। ਸੋ ਕੈਪਟਨ ਅਮਰਿੰਦਰ ਦੇ ਜਾਣ ਦਾ ਆਧਾਰ ਇਹ ਸੀ ਕਿ ਉਹਨਾਂ ਨੇ ਸੋਨੀਆ ਗਾਂਧੀ ਨੂੰ ਕਹਿਤਾ ਕਿ ਜੋ ਫੈਸਲਾ ਹੋ ਮਨਜ਼ੂਰ ਹੋ। ਕੈਪਟਨ ਨੂੰ ਦਿਲੋਂ ਸਿੱਧੂ ਕਦੀ ਮਨਜ਼ੂਰ ਨਹੀਂ ਹੋ ਸਕਦਾ, ਸਿੱਧੂ ਨੂੰ ਵੀ ਹੁਣ ਕੈਪਟਨ ਦਿਲੋਂ ਮਨਜ਼ੂਰ ਨਹੀਂ ਹੋ ਸਕਦਾ, ਕਿਉਂਕਿ ਦੋਹਾਂ ਲੀਡਰਾਂ ਨੇ ਇੱਕ ਦੂਜੇ ਬਾਰੇ ਪਿਛਲੇ ਸਮੇਂ 'ਚ ਕੜੱਤਨ ਭਰੇ ਸ਼ਬਦ ਵਰਤੇ ਨੇ ਔਰ ਦੋਨਾਂ ਦੀ ਸਿਧਾਂਤਕ ਰਾਜਨੀਤੀ ਦੀ ਸ਼ੈਲੀ ਵੱਖਰੀ ਹੈ ਔਰ ਦੋਨਾਂ ਦੇ ਸਿਧਾਂਤ ਵੱਖਰੇ ਨੇ ਸਿਆਸਤ ਨੂੰ ਲੈ ਕੇ। ਇਸ ਕਰਕੇ ਪਰ ਹੁਣ ਜਿਹੜੀ ਵੱਡੀ ਗੱਲ ਹੈ
कि सिद्धू ਤੇ ਕੈਪਟਨ ਅਮਰਿੰਦਰ ਦਾ ਅਗਲਾ ਸਿਆਸੀ ਰੁਖ ਕੀ ਹੋਊ, ਪੈਂਤੜਾ ਕੀ ਹੋਊ। ਕੈਪਟਨ ਅਮਰਿੰਦਰ ਸਿੰਘ ਕਿਉਂਕਿ ਮੁੱਖ ਮੰਤਰੀ ਨੇ, ਕੈਪਟਨ ਅਮਰਿੰਦਰ ਸਿੰਘ ਕੋਸ਼ਿਸ਼ ਕਰਨਗੇ ਕਿ ਉਹ ਜ਼ਿਆਦਾ ਤੋਂ ਜ਼ਿਆਦਾ ਸਰਗਰਮ ਹੋਣ, ਜ਼ਿਲ੍ਹਿਆਂ ਦੇ ਵਿੱਚ ਵੀ ਜਾਣ, ਕਿਉਂਕਿ ਕੈਪਟਨ ਅਮਰਿੰਦਰ ਜ਼ਿਲ੍ਹਿਆਂ 'ਚ ਘੱਟ ਗਏ ਨੇ। ਕੈਪਟਨ ਅਮਰਿੰਦਰ ਦੀ ਜ਼ਿਆਦਾਤਰ ਸਿਆਸਤ ਹੈ ਜਿਹੜੀ ਉਹ ਲੁਕਵੀਂ ਰਹੀ ਹੈ। ਕੁਝ ਕੋਵਿਡ ਕਰਕੇ ਲੈ ਲਓ, ਕਿਉਂਕਿ ਕੈਪਟਨ ਅਮਰਿੰਦਰ ਦੀ ਵੀ ਉਮਰ ਸਿਆਣੀ ਹੈ, ਕੋਵਿਡ ਕਰਕੇ ਵੀ ਕੈਪਟਨ ਅਮਰਿੰਦਰ ਘੱਟ ਨਿਕਲੇ। ਇਸ ਕਰਕੇ ਹੁਣ ਕੈਪਟਨ ਅਮਰਿੰਦਰ ਵੱਧ ਤੋਂ ਵੱਧ ਸਮਾਗਮਾਂ 'ਚ ਜਾਣਗੇ, ਲੋਕਾਂ 'ਚ ਵਿਚਰਨਗੇ, ਵਰਕਰਾਂ ਨੂੰ ਮਿਲਣਗੇ, ਵਿਧਾਇਕਾਂ ਨੂੰ ਮਿਲਣਗੇ, ਇਹ ਸੁਨੇਹਾ ਦੇਣਗੇ ਵੀ ਅੱਜ ਵੀ ਮੈਂ ਮੁੱਖ ਮੰਤਰੀ ਹਾਂ ਔਰ ਮੈਂ ਸਾਰਿਆਂ ਦੇ ਵਿੱਚ ਵਿਚਰਦਾ। ਔਰ ਇੱਕ ਵਾਰੀ ਫੇਰ ਕੈਪਟਨ ਅਮਰਿੰਦਰ ਸਿੰਘ ਆਪਣੀ ਛਵੀ ਨਰਮ ਬਣਾਉਣਗੇ, ਜਿਵੇਂ ਕੌਫੀ ਵਿਦ ਕੈਪਟਨ ਸੀ, ਵੀ ਕੈਪਟਨ ਅਮਰਿੰਦਰ ਨਾਲ ਆ ਕੇ ਕੌਫੀ ਪੀਓ, ਜਿਵੇਂ ਕਿਸਾਨਾਂ ਨੂੰ ਲੈ ਕੇ ਕੈਪਟਨ ਅਮਰਿੰਦਰ ਥਾਣੇ ਚਲੇ ਗਏ ਸੀ, ਉਹੀ ਸ਼ੈਲੀ ਕੈਪਟਨ ਅਮਰਿੰਦਰ ਵਰਤਣਗੇ ਤਾਂ ਕਿ ਕੈਪਟਨ ਅਮਰਿੰਦਰ ਦਾ ਇੱਕ ਢਲਿਆ ਤੇ ਨਰਮ ਰੁੱਖ ਲੋਕਾਂ ਦੇ ਵਿੱਚ ਨਜ਼ਰ ਆਵੇ। ਔਰ ਕੈਪਟਨ ਅਮਰਿੰਦਰ ਦੀ ਕੋਸ਼ਿਸ਼ ਹੋਊਗੀ ਕਿ ਮੈਂ 2022 ਦੇ ਦਰਵਾਜ਼ੇ ਤੇ ਪਹੁੰਚਾਂ, ਮੈਂ ਬਤੌਰ ਮੁੱਖ ਮੰਤਰੀ 2022 ਦੇ ਦਰਵਾਜ਼ੇ ਤੇ ਪਹੁੰਚਾਂ ਔਰ ਫਿਰ 2022 'ਚ ਫੈਸਲਾ ਹੋਵੇ ਕਿ ਮੁੱਖ ਮੰਤਰੀ ਦਾ ਚਿਹਰਾ ਮੈਂ ਹੋਊਗਾ ਜਾਂ ਕੋਈ ਹੋਰ ਹੋਊਗਾ। ਇਹਦਾ ਹੋਊਗਾ ਕੈਪਟਨ ਅਮਰਿੰਦਰ ਦਾ ਰੁੱਖ। ਦੂਜੇ ਪਾਸੇ ਨਵਜੋਤ ਸਿੰਘ ਸਿੱਧੂ, ਕਿਉਂਕਿ ਨਵਜੋਤ ਸਿੰਘ ਸਿੱਧੂ ਪ੍ਰਧਾਨ ਬਣੇ ਨੇ। ਨਵਜੋਤ ਸਿੰਘ ਸਿੱਧੂ ਹਾਈ ਕਮਾਂਡ ਤੋਂ 18 ਸੂਤਰੀ ਏਜੰਡਾ ਲੈ ਕੇ ਆਏ ਨੇ। ਉਹ 18 ਸੂਤਰੀ ਏਜੰਡਾ ਰਾਹੁਲ, ਪ੍ਰਿੰਕਾ, ਹਾਈ ਕਮਾਂਡ ਨੇ, ਸੋਨੀਆ ਗਾਂਧੀ ਨੇ ਕੈਪਟਨ ਅਮਰਿੰਦਰ ਨੂੰ ਵੀ ਦਿੱਤਾ ਹੈ। ਹੁਣ ਸਿੱਧੂ ਕਿਉਂਕਿ ਪ੍ਰਧਾਨ ਨੇ, ਸਿੱਧੂ ਦੀ ਸ਼ੈਲੀ ਇਹ ਹੈ ਕਿ ਉਹ 18 ਸੂਤਰੀ ਏਜੰਡੇ ਨੂੰ ਲਾਗੂ ਕਰਾਉਣ ਦੀ ਕੋਸ਼ਿਸ਼ ਕਰਨਗੇ। ਸਿੱਧੂ ਐਕਟਿਵ ਹੋ ਗਏ, ਕੱਲੇ ਕੱਲੇ ਮੰਤਰੀ ਕੋਲੇ ਜਾ ਰਹੇ ਨੇ, ਕੱਲੇ ਕੱਲੇ ਵਰਕਰ ਦੇ ਘਰ ਜਾ ਰਹੇ ਨੇ। ਉਹਨਾਂ ਨੇ ਵੀ ਆਪਣਾ ਇੱਕ ਸਮਰਥਨ ਬਣਾ ਲਿਆ, ਵਰਕਰਾਂ 'ਚ ਜੋਸ਼ ਤਾਂ ਆ ਹੀ ਗਿਆ ਨਾ, ਕਿਉਂਕਿ ਕੈਪਟਨ ਅਮਰਿੰਦਰ ਪ੍ਰਧਾਨ ਤਾਂ ਹੈ ਨਹੀਂ। ਸੁਨੀਲ ਜਾਖੜ ਪ੍ਰਧਾਨ ਸੀ, ਸੁਨੀਲ ਜਾਖੜ ਨਰਮ ਪ੍ਰਧਾਨ ਸੀ, ਸੁਨੀਲ ਜਾਖੜ ਕੈਪਟਨ ਅਮਰਿੰਦਰ ਦੇ ਪ੍ਰਭਾਵ 'ਚ ਕਿਤੇ ਨਾ ਕਿਤੇ ਰਹਿੰਦੇ ਸੀ। ਹੁਣ ਸਿੱਧੂ ਨੇ ਵਰਕਰ ਖੁਸ਼ ਕਰ ਲਏ, ਵਲੰਟੀਅਰ ਖੁਸ਼ ਕਰ ਲਏ। ਪੁਰਾਣੇ ਕਾਂਗਰਸੀ ਸੋਚਣ ਲੱਗ ਗਏ ਵੀ ਹੁਣ ਸਿੱਧੂ ਇਹੋ ਜਿਹਾ ਪ੍ਰਧਾਨ ਆ ਗਿਆ ਜਿਹਨੇ ਵਰਕਰਾਂ 'ਚ ਜੋਸ਼ ਭਰਤਾ। ਹਾਈ ਕਮਾਂਡ ਕੋਲੇ ਰਿਪੋਰਟਾਂ ਚਲੀਆਂ ਗਈਆਂ, ਰਾਹੁਲ ਗਾਂਧੀ ਦੇ ਸਰਵੇਖਣ ਦਸਤੇ ਪੰਜਾਬ 'ਚ ਘੁੰਮ ਰਹੇ ਨੇ, ਉਹ ਵੀ ਇਹ ਜ਼ਮੀਨੀ ਰਿਪੋਰਟਾਂ ਹਾਈ ਕਮਾਂਡ ਨੂੰ ਭੇਜਣਗੇ ਕਿ ਸਿੱਧੂ ਦੇ ਆਉਣ ਤੋਂ ਬਾਅਦ ਜ਼ਮੀਨ ਤੇ ਪਾਰਟੀ ਮਜ਼ਬੂਤ ਹੋਈ ਹੈ, ਕਾਂਗਰਸੀ ਇਕੱਠੇ ਹੋ ਗਏ। ਹੁਣ ਸਿੱਧੂ ਦਾ ਕੰਮ ਕੀ ਹੋਊਗਾ, ਕਿਉਂਕਿ ਸਵਾਲ ਸਿੱਧੂ ਤੇ ਵੀ ਹੋਣ ਲੱਗ ਗਏ। ਆਪ ਵਾਲੇ ਵੀ ਸਿੱਧੂ ਤੇ ਸਵਾਲ ਚੱਕ ਰਹੇ ਨੇ, ਅਕਾਲੀ ਦਲ ਵਾਲੇ ਵੀ ਸਿੱਧੂ ਤੇ ਸਵਾਲ ਚੱਕ ਰਹੇ ਨੇ ਵੀ ਸਿੱਧੂ ਸਭ ਕੁਝ ਕਰੋ, ਕਿਉਂਕਿ ਕੈਪਟਨ ਅਮਰਿੰਦਰ ਤੇ ਤਾਂ ਉਹ 4.5 ਸਾਲ ਸਵਾਲ ਚੱਕਦੇ ਰਹੇ। ਕੈਪਟਨ ਅਮਰਿੰਦਰ ਨੇ ਉਹੀ ਕੰਮ ਕੀਤੇ ਜਿਹੜੇ ਕੈਪਟਨ ਅਮਰਿੰਦਰ ਨੂੰ ਕਰਨਾ ਚਾਹੁੰਦੇ ਸੀ। ਹੁਣ 18 ਸੂਤਰੀ ਏਜੰਡੇ 'ਚ ਬਹੁਤ ਵੱਡੀਆਂ ਗੱਲਾਂ ਨੇ। ਬੇਅਦਬੀ ਦੇ ਮਸਲੇ ਨੇ, ਕੋਟਕਪੁਰੇ ਦਾ ਮਾਮਲਾ ਹੈ, ਬਰਗਾੜੀ ਦਾ ਮਾਮਲਾ ਹੈ, ਇਹਦੇ ਇਨਸਾਫ ਦੀ ਗੱਲ ਹੈ, ਰੇਤੇ ਦਾ ਮਾਮਲਾ ਹੈ, ਸ਼ਰਾਬ ਦੀ ਪਾਲਿਸੀ ਦੀ ਗੱਲ ਹੈ, ਬੇਰੁਜ਼ਗਾਰੀ ਦੀ ਗੱਲ ਹੈ, ਕਿਸਾਨਾਂ ਦੀ ਕਰਜ਼ ਮਾਫੀ ਦੀ ਗੱਲ ਹੈ, ਨਸ਼ੇ ਦੀ ਰਿਪੋਰਟ ਹਾਈ ਕੋਰਟ 'ਚ ਪਈ ਹੈ, ਨਸ਼ੇੜੀਆਂ ਦੇ ਕਾਰਵਾਈਆਂ ਦੀ ਮੰਗ ਹੈ, ਸਮਗਲਰਾਂ ਤੇ ਕਾਰਵਾਈ ਦੀ ਮੰਗ ਹੈ। ਇਹ ਸਾਰਾ ਕੁਝ ਘੁੰਮ ਫਿਰ ਕੇ 18 ਸੂਤਰੀ ਏਜੰਡੇ 'ਚ ਆ ਜਾਂਦਾ, ਜਿਹਦੇ 'ਚ ਸਮੁੱਚੇ ਪੰਜਾਬ ਦੀ ਡਿਵੈਲਪਮੈਂਟ ਦੀ ਗੱਲ ਹੈ। ਹੁਣ ਇਹ 18 ਪੁਆਇੰਟ ਨੇ ਜਿਹੜੇ ਕੈਪਟਨ ਅਮਰਿੰਦਰ ਇਹਨਾਂ 'ਚੋਂ ਕੀ ਕੋਈ ਪੁਆਇੰਟ ਲਾਗੂ ਕਰਨਗੇ? ਕੈਪਟਨ ਅਮਰਿੰਦਰ ਕੋਈ ਵੀ ਪੁਆਇੰਟ ਲਾਗੂ ਕਰਨਗੇ, ਭਾਵੇਂ ਉਹ ਆਪਣੀ ਮਰਜ਼ੀ ਨਾਲ ਕਰਨ, ਉਹ ਮੰਨਿਆ ਜਾਊਗਾ ਕਿ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਬਣਨ ਤੋਂ ਬਾਅਦ ਪੁਆਇੰਟ ਲਾਗੂ ਹੋਣੇ ਸ਼ੁਰੂ ਹੋ ਗਏ। ਜੇ ਕੈਪਟਨ ਅਮਰਿੰਦਰ ਕੋਈ ਪੁਆਇੰਟ ਲਾਗੂ ਨਹੀਂ ਕਰਨਗੇ 18 ਸੂਤਰੀ ਏਜੰਡੇ ਦਾ, ਫਿਰ ਇਹ ਮੰਨਿਆ ਜਾਊਗਾ ਕਿ ਸਿੱਧੂ ਕੁਝ ਵੀ ਨਹੀਂ ਕਰਵਾ ਸਕਿਆ। ਪਰ ਇੱਥੇ ਸੋਚਣ ਵਾਲੀ ਗੱਲ ਹੈ, ਅਗਰ ਕੈਪਟਨ ਅਮਰਿੰਦਰ 18 ਸੂਤਰੀ ਏਜੰਡੇ ਦਾ ਕੋਈ ਪੁਆਇੰਟ ਲਾਗੂ ਨਹੀਂ ਕਰਨਗੇ, ਵਿਰੋਧੀਆਂ ਲਈ ਗੱਲ ਜ਼ਰੂਰ ਹੋ ਜੂਗੀ ਵੀ ਸਿੱਧੂ ਕੁਝ ਨਹੀਂ ਕਰ ਸਕਿਆ, ਪਰ ਹਾਈ ਕਮਾਂਡ ਲਈ ਨਹੀਂ, ਕਿਉਂਕਿ ਹਾਈ ਕਮਾਂਡ ਨੂੰ ਪਤਾ ਹੈ ਕਿ ਸਿੱਧੂ ਦਬਾਅ ਪਾ ਰਿਹਾ ਹੈ। ਔਰ ਇਹ ਵੀ ਗੱਲ ਹੈ ਕਿ ਸਿੱਧੂ ਹਫ਼ਤੇ 10 ਦਿਨ ਤੋਂ ਬਾਅਦ ਫਿਰ ਟਵੀਟ ਕਰੂਗਾ ਕੈਪਟਨ ਅਮਰਿੰਦਰ ਨੂੰ ਵੀ ਕੈਪਟਨ ਅਮਰਿੰਦਰ ਸਾਹਿਬ ਇਹ 18 ਸੂਤਰੀ ਏਜੰਡਾ ਮੈਂ ਤੁਹਾਨੂੰ ਯਾਦ ਦਵਾਉਣਾ, ਆਪਾਂ ਇਹਦੇ ਤੇ ਕੰਮ ਕਰੀਏ। ਸਿੱਧੂ ਮੰਤਰੀਆਂ ਨੂੰ ਵੀ ਕਹੂਗਾ ਕਿ ਆਪਾਂ ਇਹ 18 ਸੂਤਰੀ ਏਜੰਡਾ ਲਾਗੂ ਕਰਾਉਣਾ ਹੈ। ਸਿੱਧੂ ਦਬਾਅ ਪਾਊਗਾ ਕਿਉਂਕਿ ਹਾਈ ਕਮਾਂਡ ਇਹ ਚਾਹੁੰਦੀ ਹੈ। ਹਾਈ ਕਮਾਂਡ ਨੂੰ ਵੀ ਆਧਾਰ ਚਾਹੀਦਾ, ਅਗਰ 2022 'ਚ ਚਿਹਰਾ ਬਦਲਣਾ ਹੈ ਤੇ ਹਾਈ ਕਮਾਂਡ ਹਿਸਾਬ ਲਊਗੀ ਵੀ ਕੈਪਟਨ ਸਾਹਿਬ ਇਹ 18 ਸੂਤਰੀ ਏਜੰਡਾ ਭੇਜਿਆ ਸੀ, ਕਿੰਨਾ ਲਾਗੂ ਹੋਇਆ, 2022 ਦਾ ਚਿਹਰਾ ਉਸ 18 ਸੂਤਰੀ ਏਜੰਡੇ 'ਚੋਂ ਨਿਕਲਣਾ। ਸੋ ਅਗਰ ਕੈਪਟਨ ਅਮਰਿੰਦਰ ਉਹਨੂੰ ਲਾਗੂ ਨਹੀਂ ਕਰਦੇ ਤੇ ਹਾਈ ਕਮਾਂਡ ਔਰ ਸਿੱਧੂ ਦੀ ਲੌਬੀ ਕੀ ਪੂਰੀ ਪੰਜਾਬ ਦੀ ਕਾਂਗਰਸ ਦੇ ਬਹੁਤ ਸਾਰੇ ਵਿਧਾਇਕ ਉਹ ਵੀ ਚਾਹੁੰਦੇ ਨੇ ਕੈਪਟਨ ਅਮਰਿੰਦਰ ਸਿੰਘ ਹੁਣ ਏਜੰਡਾ ਲਾਗੂ ਕਰਨ। ਭਾਵੇਂ ਡਾਕਟਰ ਰਾਜਕੁਮਾਰ ਵੇਰਕਾ ਵਰਗੇ ਵੱਖਰੇ ਬਿਆਨ ਦੇ ਰਹੇ ਨੇ, ਗੱਲ ਸਤਿਕਾਰ ਦੀ ਨਹੀਂ, ਸਾਰੇ ਇੱਕ ਦੂਜੇ ਦਾ ਸਤਿਕਾਰ ਕਰ ਰਹੇ ਨੇ। ਸਿੱਧੂ ਵੀ ਕੈਪਟਨ ਦਾ ਸਤਿਕਾਰ ਕਰਦੇ ਨੇ, ਕੈਪਟਨ ਵੀ ਸਿੱਧੂ ਦਾ ਸਤਿਕਾਰ ਕਰਦੇ ਨੇ, ਉਹ ਸਤਿਕਾਰ ਸਾਰਿਆਂ ਦਾ ਹੀ ਹੈ। ਇਹਦੇ ਵਿੱਚ ਵੀ ਕੋਈ ਗੱਲ ਨਹੀਂ ਕਿ ਕੈਪਟਨ ਅਮਰਿੰਦਰ ਦੀ ਭੂਮਿਕਾ ਚੰਗੀ ਰਹੀ ਹੈ, ਪਰ ਇਹ ਕਹਿ ਦੇਣਾ ਕਿ ਪਿਛਲੀ ਵਾਰੀ ਸਰਕਾਰ ਸਿਰਫ ਕੈਪਟਨ ਅਮਰਿੰਦਰ ਕਰਕੇ ਬਣੀ ਸੀ, ਇਹ ਮੈਨੂੰ ਲੱਗਦਾ ਲੋਕ ਇਸ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ। ਉਦੋਂ ਸਿੱਧੂ ਦੀ ਹਵਾ ਸੀ ਕਿ ਸਿੱਧੂ ਜਿਹੜੀ ਪਾਰਟੀ 'ਚ ਜਾਊਗਾ ਉਹਦੀ ਸਰਕਾਰ ਬਣ ਜੂ। ਆਪ ਵਾਲੇ ਵੀ ਤਾਂ ਹੀ ਸਿੱਧੂ ਨੂੰ ਸੱਦਣ ਨੂੰ ਫਿਰਦੇ ਸੀ ਨਾ। ਸੋ ਸਿੱਧੂ ਕਾਂਗਰਸ ਗਿਆ, ਕਾਂਗਰਸ ਦੀ ਸਰਕਾਰ ਬਣ ਗਈ ਪਿਛਲੀ ਵਾਰੀ। ਇਹ ਤਾਂ ਪੱਥਰ ਤੇ ਲਕੀਰ ਹੈ, ਲੋਕ ਮੰਨਦੇ ਨੇ ਇਸ ਗੱਲ ਨੂੰ। ਹੁਣ
ਸਿੱਧੂ ਦਬਾਅ ਪਾਊਗਾ 18 ਸੂਤਰੀ ਏਜੰਡੇ ਦਾ ਗਗਨ। ਅਗਰ ਕੈਪਟਨ ਅਮਰਿੰਦਰ 18 ਸੂਤਰੀ ਏਜੰਡਾ ਲਾਗੂ ਨਹੀਂ ਕਰਦੇ ਤੇ 1-1.5 ਮਹੀਨੇ ਦੇ ਵਿੱਚ ਦਬਾਅ ਕੈਪਟਨ ਅਮਰਿੰਦਰ ਤੇ ਹੋਰ ਵਧੂਗਾ। ਫਿਰ ਹਾਈ ਕਮਾਂਡ ਦਾ ਵੀ ਦਬਾਅ ਕੈਪਟਨ ਅਮਰਿੰਦਰ ਤੇ ਆਊਗਾ। ਔਰ ਅਗਰ ਫਿਰ ਵੀ 18 ਸੂਤਰੀ ਏਜੰਡਾ ਲਾਗੂ ਨਹੀਂ ਹੁੰਦਾ ਜਾਂ 2, 4, 5 ਮਦਾਂ ਲਾਗੂ ਨਹੀਂ ਹੁੰਦੀਆਂ ਤੇ ਇੱਕ ਵਾਰੀ ਫਿਰ ਕਾਂਗਰਸ 'ਚ ਉਹੀ ਮਾਹੌਲ ਬਣੂਗਾ ਜੋ ਹੁਣ ਬਣਿਆ। ਫਿਰ ਵਿਧਾਇਕ ਦਲ ਦੀ ਬੈਠਕ ਸੱਦਣ ਦੀ ਨੌਬਤ ਕਾਂਗਰਸ 'ਚ ਆ ਸਕਦੀ ਹੈ। ਭਾਵ ਕਿ ਹਾਈ ਕਮਾਂਡ ਫਿਰ ਸੋਚ ਸਕਦੀ ਹੈ ਕਿ ਅਗਰ ਕੈਪਟਨ ਅਮਰਿੰਦਰ ਸਾਹਿਬ ਤੁਹਾਡੇ ਤੋਂ ਇਹ 18 ਸੂਤਰੀ ਏਜੰਡੇ ਦੇ ਪੁਆਇੰਟ ਲਾਗੂ ਨਹੀਂ ਹੁੰਦੇ ਤੇ ਫਿਰ ਤੁਸੀਂ ਸੁਝਾਓ ਅਸੀਂ ਕੀ ਕਰੀਏ। ਸਮਝਦਾਰ ਨੂੰ ਕਹਿੰਦੇ ਇਸ਼ਾਰਾ ਹੁੰਦਾ, ਕਾਫੀ ਹੁੰਦਾ, ਬਹੁਤ ਕੁਝ ਫਿਰ ਪੰਜਾਬ 'ਚ ਬਦਲ ਸਕਦਾ ਹੈ। ਸੋ ਇਸ ਕਰਕੇ ਹੁਣ ਦੋਵੇਂ ਆਪਣੇ ਆਪਣੇ ਯਤਨਾਂ 'ਚ ਰਹਿਣਗੇ। ਸਿੱਧੂ ਦੀ ਕੋਸ਼ਿਸ਼ 18 ਸੂਤਰੀ ਏਜੰਡਾ ਲਾਗੂ ਹੋਵੇ ਕਿਉਂਕਿ ਸਿੱਧੂ ਦੀ ਪੋਲੀਟੀਕਲ ਸਿਆਸਤ ਦਾ ਇਹ ਬੜਾ ਅਹਿਮ ਦੌਰ ਹੈ। ਅਗਰ ਸਿੱਧੂ 1, 2, 3, 4, 5 ਏਜੰਡੇ ਵੀ ਲਾਗੂ ਕਰਾ ਗਿਆ ਤੇ ਸਿੱਧੂ 2022 ਦਾ ਚਿਹਰਾ ਬਣ ਕੇ ਆਊਗਾ, ਜਿਹੜਾ ਸੰਭਾਵੀ ਤੌਰ ਤੇ ਹੁਣ ਵੀ ਹੈ ਕਿਉਂਕਿ ਬਹੁਤ ਹੀ ਸੰਭਾਵਨਾ ਹਾਈ ਕਮਾਂਡ ਨੇ ਸਿੱਧੂ ਨਾਲ ਜਾਣਾ ਹੈ। ਔਰ ਅਗਰ ਏਜੰਡਾ ਲਾਗੂ ਨਹੀਂ ਹੁੰਦਾ ਉਹਦੇ ਨਾਲ ਕੈਪਟਨ ਅਮਰਿੰਦਰ ਦੀ ਸਿਆਸੀ ਪੋਜੀਸ਼ਨ ਕਮਜ਼ੋਰ ਹੋਊਗੀ ਔਰ ਕਾਂਗਰਸ ਹਾਈ ਕਮਾਂਡ 'ਚ ਸਿੱਧੂ ਦੀ ਜਿਹੜੀ ਗੱਲ ਹੈ ਉਹ ਜ਼ਿਆਦਾ ਵਜ਼ਨ ਆਊਗਾ ਕਿ ਸਿੱਧੂ ਪਹਿਲਾਂ ਹੀ ਕਹਿ ਰਿਹਾ ਸੀ ਕਿ ਸਾਡੀ ਸਰਕਾਰ ਏਜੰਡਾ ਲਾਗੂ ਨਹੀਂ ਕਰ ਰਹੀ। ਸੋ ਇਸ ਕਰਕੇ ਚੁਣੌਤੀ ਕੈਪਟਨ ਅਮਰਿੰਦਰ ਤੇ ਜ਼ਿਆਦਾ ਹੈ, ਚੁਣੌਤੀ ਕੈਪਟਨ ਅਮਰਿੰਦਰ ਤੇ ਜ਼ਿਆਦਾ ਹੈ। ਔਰ ਕੈਪਟਨ ਅਮਰਿੰਦਰ ਜਿਵੇਂ ਜਿਵੇਂ ਏਜੰਡਾ ਲਾਗੂ ਕਰਦੇ ਜਾਣਗੇ ਉਹਦਾ ਲਾਹਾ ਹੁਣ ਸਿੱਧੂ ਨੂੰ ਵੀ ਮਿਲਦਾ ਜਾਊਗਾ ਕਿਉਂਕਿ ਉਹ ਪਾਰਟੀ ਦਾ ਪ੍ਰਧਾਨ ਹੈ ਔਰ ਇਹ ਮੰਨਿਆ ਜਾਊਗਾ ਕਿ ਸਿੱਧੂ ਦਾ ਦਬਾਅ ਵੀ ਕੰਮ ਕੀਤਾ। ਸੋ ਜਿਹੜੀ ਸਿਆਸਤ ਹੈ ਗਗਨ ਉਹ ਇੱਕ ਫੁੱਟਬਾਲ ਹੈ, ਕਦੀ ਉਹ ਇੱਕ ਪਾਸੇ ਹੈ ਗੋਲ ਦੇ, ਕਦੀ ਦੂਜੇ ਪਾਸੇ ਹੈ। ਕਈ ਵਾਰੀ ਗੋਲ ਹੋ ਜਾਂਦਾ, ਕਈ ਵਾਰੀ ਜਿਹੜਾ ਡਿਫੈਂਡਰ ਹੈ ਉਹ ਫੁੱਟਬਾਲ ਨੂੰ ਕੈਚ ਕਰ ਲੈਂਦਾ। ਸੋ ਹੁਣ ਜਿਹੜੀ ਸਥਿਤੀ ਹੈ ਉਹ ਸਿੱਧੂ ਲਈ ਵੀ ਚੁਣੌਤੀ ਵਾਲੀ ਹੈ, ਕੈਪਟਨ ਲਈ ਵੀ ਚੁਣੌਤੀ ਵਾਲੀ ਹੈ। ਪਰ ਏਜੰਡਾ 18 ਸੂਤਰੀ ਹੈ ਜਿਹੜਾ ਉਹ ਪੰਜਾਬ ਲਈ ਲਾਜ਼ਮੀ ਹੈ ਕਿਉਂਕਿ ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ ਤੇ ਕੀ ਰੇਤੇ ਦੀ ਪਾਲਿਸੀ ਬਣੂ ਜਿਹੜੀ ਸਿੱਧੂ ਨੇ ਦਿੱਤੀ ਸੀ ਆਪਣੀ ਕਮੇਟੀ ਨੂੰ, ਮੰਤਰੀ ਮੰਡਲ ਦੀ ਕਮੇਟੀ ਨੂੰ, ਜਿਹੜੀ ਇਸ ਮਾਮਲੇ 'ਚ ਇੱਕ ਕਮੇਟੀ ਸੀ। ਕੀ ਕੈਪਟਨ ਅਮਰਿੰਦਰ ਰੇਤ ਪਾਲਿਸੀ ਲਾਗੂ ਕਰਨਗੇ, ਐਕਸਾਈਜ਼ ਪਾਲਿਸੀ ਲਾਗੂ ਕਰਨਗੇ? ਸਵਾਲ ਬਹੁਤ ਵੱਡੇ ਨੇ, ਮੰਗਾਂ ਹੋਣਗੀਆਂ, ਵਿਦਿਨ ਦਾ ਪਾਰਟੀ ਵੀ ਹੋਣਗੀਆਂ। ਕਾਂਗਰਸ 'ਚ ਵੀ ਆਵਾਜ਼ ਬੁਲੰਦ ਹੋਊਗੀ, ਵਿਧਾਇਕ ਵੀ ਆਵਾਜ਼ ਬੁਲੰਦ ਕਰਨਗੇ ਕਿ ਕੈਪਟਨ ਸਾਹਿਬ 18 ਸੂਤਰੀ ਏਜੰਡਾ ਲਾਗੂ ਕਰੋ ਕਿਉਂਕਿ ਪੰਜਾਬ ਦੇ ਵਿਧਾਇਕਾਂ ਨੇ ਪਿੰਡਾਂ 'ਚ ਲੋਕਾਂ ਤੋਂ ਵੋਟਾਂ ਮੰਗਣੀਆਂ ਨੇ। ਦੂਜੇ ਪਾਸੇ ਸਿੱਧੂ ਪਿੰਡ ਨਿਕਲ ਗਿਆ। ਸਿੱਧੂ ਨੇ 15 ਅਗਸਤ ਨੂੰ ਬਿਸਤਰਾ ਲਾ ਲੈਣਾ ਜਾ ਕੇ ਪੰਜਾਬ ਕਾਂਗਰਸ ਭਵਨ ਦੇ ਵਿੱਚ। ਸੋ ਸਿੱਧੂ ਦਬਾਅ ਬਣਾਊਗਾ, ਸਿੱਧੂ ਦਾ ਵਕਤ ਹੈ ਠੀਕ ਉਵੇਂ ਜਿਵੇਂ ਪ੍ਰਤਾਪ ਬਾਜਵਾ ਦੇ ਹੁੰਦੇ, ਰਜਿੰਦਰ ਕੌਰ ਭੱਠਲ ਦੇ ਹੁੰਦੇ, ਸ਼ਮਸ਼ੇਰ ਦੂਲੋਂ ਦੇ ਹੁੰਦੇ। ਕੈਪਟਨ ਦਾ ਸਿਆਸੀ ਵਕਤ ਸੀ ਔਰ ਕੈਪਟਨ ਦੀ ਹਰ ਗੱਲ ਹੈ ਜਿਹੜੀ ਉਹ ਪ੍ਰਵਾਨ ਹੁੰਦੀ ਸੀ। ਸੋ ਹੁਣ ਸਿੱਧੂ ਨਾਲ ਕਿਉਂਕਿ ਉਮਰ ਜ਼ਿਆਦਾ ਹੈ, ਆਪਾਂ ਇਹ ਮੰਨ ਕੇ ਚੱਲਦੇ ਹਾਂ ਆਮ ਤੌਰ ਤੇ ਕਿ ਵਿਅਕਤੀ ਦੀ ਉਮਰ 100 ਸਾਲ ਹੁੰਦੀ ਹੈ। ਉਂਝ ਤਾਂ ਆਪਾਂ ਅਰਦਾਸਾਂ ਕਰਦੇ ਹਾਂ ਕਿ ਸਾਰੇ ਵਿਅਕਤੀ ਸਾਡੇ ਹਮੇਸ਼ਾ ਦੁਨੀਆ ਤੇ ਰਹਿਣ, ਪਰ ਆਪਾਂ ਨੂੰ ਕਿਹਾ ਜਾਂਦਾ ਕਿ 100 ਸਾਲ ਮਨੁੱਖ ਦੀ ਉਮਰ ਹੁੰਦੀ ਹੈ ਤੇ ਐਵਰੇਜ ਹੁੰਦੀ ਹੈ ਬਾਕੀ ਉਮਰ। ਸੋ ਇਸ ਕਰਕੇ ਸਿੱਧੂ ਹਜੇ ਆਪ ਹੀ ਦੱਸਿਆ ਕੈਪਟਨ ਅਮਰਿੰਦਰ ਨੇ ਸਪੀਚ 'ਚ ਕਿ 1963 'ਚ ਸਿੱਧੂ ਜੰਮਿਆ। ਸੋ ਜੇ 1963 'ਚ ਸਿੱਧੂ ਜੰਮਿਆ ਹੈ ਤੇ ਸਮਝ ਲਓ ਸਿੱਧੂ 58 ਸਾਲਾਂ ਦਾ ਹਜੇ। ਸੋ ਇਸ ਕਰਕੇ ਸਿੱਧੂ ਕੋਲੇ ਵੀ ਲੰਮੀ ਉਮਰ ਪਈ ਹੈ। ਕੈਪਟਨ ਅਮਰਿੰਦਰ ਔਰ ਸਿੱਧੂ ਦੀ ਉਮਰ 'ਚ ਫਿਰ ਬਹੁਤ ਫਾਸਲਾ ਆ ਗਿਆ। ਕੈਪਟਨ ਅਮਰਿੰਦਰ ਅਗਰ 80 ਦੇ ਵੀ ਆ ਗਏ ਤੇ ਸਿੱਧੂ 22 ਸਾਲ ਛੋਟਾ ਹੈ। ਸੋ ਰਾਹੁਲ ਗਾਂਧੀ ਔਰ ਪ੍ਰਿੰਕਾ ਗਾਂਧੀ ਨਵੀਂ ਜਨਰੇਸ਼ਨ ਨੂੰ ਹੁਣ ਅੱਗੇ ਆਉਂਦਾ ਦੇਖਣਾ ਚਾਹਣਗੇ। ਸੋ ਚੁਣੌਤੀਆਂ ਬਹੁਤ ਨੇ ਕਾਂਗਰਸ ਅੱਗੇ, ਕੈਪਟਨ ਅੱਗੇ ਵੱਧ ਨੇ, ਸਿੱਧੂ ਅੱਗੇ ਵੀ ਨੇ, ਪਰ ਸਿੱਧੂ ਅੱਗੇ ਇਸ ਵਕਤ ਸਮਾਂ ਔਰ ਸਿੱਧੂ ਅੱਗੇ ਇਸ ਵਕਤ ਦੂਜੀਆਂ ਪਾਰਟੀਆਂ ਦਾ ਚੈਲੰਜ ਹੈ ਜਿਹੜਾ ਉਹ ਘੱਟ ਹੈ। ਅਕਾਲੀ ਦਲ ਹੋ ਗਿਆ ਜਾਂ ਆਪ ਹੋ ਗਿਆ, ਸਿੱਧੂ ਨੂੰ ਉਹਨਾਂ ਦਾ ਵੱਡਾ ਚੈਲੰਜ ਨਹੀਂ, ਕੈਪਟਨ ਅਮਰਿੰਦਰ ਦਾ ਚੈਲੰਜ ਹੈ 18 ਸੂਤਰੀ ਏਜੰਡੇ ਦਾ। ਔਰ ਦੇਖਦੇ ਹਾਂ ਬਾਕੀ ਬਣਦਾ ਕੀ ਹੈ। ਬਿਲਕੁਲ, ਸੋ ਜ਼ਰੂਰ ਹੈ ਕਿ ਘਿਰੀ ਹੋਈ ਕਾਂਗਰਸ ਅੰਦਰੋਂ ਅੰਦਰੀ ਕਿਤੇ ਆਪਣੇ ਆਪ ਦੇ ਵਿੱਚ ਵੀ ਅਡਲਾ ਸਾਹਿਬ ਹੁਣ ਕਿਤੇ ਨਾ ਕਿਤੇ ਇਸ ਸਭ ਦੇ ਵਿੱਚ ਵਿਧਾਇਕ ਵੀ ਉਲਝੇ ਹੋਏ ਨੇ ਕਿ ਵਿਧਾਇਕ ਪ੍ਰਧਾਨ ਦੇ ਵੱਲ ਜਾਣ, ਇੱਕ ਪਾਰਟੀ ਦਾ ਮੁਖੀ ਹੈ ਤੇ ਦੂਜਾ ਸੂਬੇ ਦਾ ਮੁਖੀ ਹੈ, ਸਰਕਾਰ ਦਾ ਮੁਖੀ ਹੈ। ਹੁਣ ਵਿਧਾਇਕ ਕਿੱਧਰ ਜਾਣਗੇ ਆਉਣ ਵਾਲੇ ਦਿਨਾਂ ਦੇ ਵਿੱਚ, ਕਿਉਂਕਿ ਇੱਕ ਪਾਸੇ 2022 ਵੀ ਵੇਖ ਰਹੀ ਹੈ ਤੇ ਦੂਜੇ ਪਾਸੇ 6 ਮਹੀਨਿਆਂ ਦਾ ਕਾਰਜਕਾਲ ਵੀ ਵੇਖ ਰਿਹਾ। ਇਸ ਦਰਮਿਆਨ ਵਿਧਾਇਕਾਂ ਦੀ ਸਥਿਤੀ ਨੂੰ ਕਿੱਦਾਂ ਵੇਖ ਰਹੇ? ਦੇਖੋ ਵਿਧਾਇਕ ਕੀ ਦੇਖਦੇ ਨੇ, ਸੂਬੇ 'ਚ ਕੀ ਦੇਖਦਾ ਵਿਧਾਇਕ ਨੂੰ? ਇੱਕ ਪਾਸੇ ਕੈਪਟਨ ਅਮਰਿੰਦਰ, ਇੱਕ ਪਾਸੇ ਸਿੱਧੂ। ਕੈਪਟਨ ਅਮਰਿੰਦਰ ਦੇ ਪਿੱਛੇ ਕੌਣ ਦਿਖ ਰਿਹਾ ਤੇ ਸਿੱਧੂ ਦੇ ਪਿੱਛੇ ਕੌਣ ਦਿਖ ਰਿਹਾ? ਸਿੱਧੂ ਦੇ ਪਿੱਛੇ ਪ੍ਰਿੰਕਾ ਗਾਂਧੀ, ਰਾਹੁਲ ਗਾਂਧੀ, ਸੋਨੀਆ ਗਾਂਧੀ ਦਿਖਣ ਲੱਗ ਗਏ ਕਿਉਂਕਿ ਸਿੱਧੂ ਨੂੰ ਪ੍ਰਧਾਨ ਉਹਨਾਂ ਨੇ ਲਾਇਆ। ਇਸ ਕਰਕੇ ਵਿਧਾਇਕ ਨਿਸ਼ਚਿਤ ਤੌਰ ਤੇ ਜਿਹੜੇ ਤੁਸੀਂ ਦੇਖੋ ਜਿਹੜੀਆਂ ਚਿੱਠੀਆਂ ਵੀ ਪਿੱਛੇ ਜੇ ਇੱਕ ਚਿੱਠੀ ਵੰਡੀ ਜਾ ਰਹੀ ਸੀ ਸਿੱਧੂ ਦੇ ਹਮਾਇਤੀਆਂ ਵੱਲੋਂ ਕੈਪਟਨ ਅਮਰਿੰਦਰ ਨੂੰ ਜਿਹੜਾ ਸੱਦਾ ਲਾਇਆ ਸੀ ਉੱਥੇ ਆਉਣ ਦਾ ਸਮਾਗਮ 'ਚ 55 56 57 58 ਵਿਧਾਇਕਾਂ ਦੇ ਦਸਤਖਤ ਸੀ। ਪਤਾ ਨਹੀਂ ਅਸਲੀ ਸੀ ਜਾਂ ਨਕਲੀ ਸੀ, ਉਹ ਤਾਂ ਕਾਂਗਰਸੀ ਦੱਸਣਗੇ, ਪਰ ਮੈਂ ਚਿੱਠੀ ਦੇਖੀ ਵਟਸਐਪਾਂ ਤੇ। ਤੁਸੀਂ ਪਰ ਨਵਜੋਤ ਸਿੰਘ ਸਿੱਧੂ ਦਾ ਸਮਾਗਮ ਦੇਖੋ, ਸਿੱਧੂ ਨੂੰ ਹਰ ਵਿਧਾਇਕ ਨੇ
स्वीकार किया। सिद्धू हर मंत्री हर विधायक सिद्धू कोले गया, बहुमत तो सिद्धू कोले आ ही गया सी, क्योंकि बहुमत सिद्धू का मतलब है राहुल गांधी, प्रियंका गांधी, सोनिया गांधी कोले सी। बहुमत उधर रहिंदा है जिधर पार्टी कांग्रेस की हाई कमांड रहिंदी है, क्योंकि टिकटां कांग्रेस की हाई कमांड ने देनी है। हुण टिकट देण दे विच सब तो वड्डी भूमिका हुंदी है हाई कमांड की, सूबे च हुंदी है प्रधान की, ते फिर हुंदी है मुख मंत्री की। हुण प्रधान और हाई कमांड जदों एक पासे हो जाण ते ओह पलड़ा भारी हो जाना है। एक पासे मुख मंत्री है, मुख मंत्री ने जिहड़ी रिकमेंडेशन करनी है वो मुख मंत्री प्रधान उस रूप दे विच जानी है। कोई शक नहीं कि मुख मंत्री की गल का वजन हुंदा है, पर पार्टी का संविधान की कहता है प्रधान वो प्रधान हुंदा है। सो इस करके MLA भी ये गल नूं जाणदे है कि असीं कैप्टन अमरिंदर का आशीर्वाद भी लेना है, पर नवजोत सिंह सिद्धू के नाल भविख च भी चलना है। तीसरा, इस बार जिहड़ियां टिकटां वंडियां जाणियां है, ये गल असीं समझीए गगन कि राहुल गांधी ने उडन दस्ते छड्डे होए ने पंजाब च। कई उडन दस्ते सर्वेखण कर गए तां ही सिद्धू प्रधान बने, उन्हां दीयां रिपोर्टां गईयां। हुण उडन दस्ते देख रहे ने भी किहड़े मंत्री साफ अक्स दे ने। वो उडन दस्तियां ने अपनियां रिपोर्टां देणीਆਂ, जिवें आपां कॉलेज पेपर दिंदे सी ना, कह दिंदे सी जी वो सुपरडेंट आ गया जी, वो टीम आ गई जी, उडन दस्ते बने हुए ने जी, वो सेंटर चैक करते हैं। ऐं ही राहुल गांधी ने अपने उडन दस्ते भेजे सी, कुछ क हजे भी आ कहंदे पंजाब च। हुण वो सर्वेखणां ते आधार बना के राहुल गांधी ने टिकटां देणीਆਂ। ये गल मैं ऑल इंडिया कांग्रेस कमेटी के सूत्रां के हवाले नाल बड़ी चर्चा हुई पिछले दिनों च दिल्ली च। मैं भी दिल्ली गया एक दिन, ये बड़ी चर्चा हुई कि बहुत वड्डी गिणती च टिकटां ऐतकी कट्टणगे। राहुल जी, उत्थे चर्चावां हुंदियां सी भी राहुल जी इस बार पंजाब में अपनी मर्जी से टिकट देंगे, नौजवानों को टिकट देंगे, हिंदी च बोलते उत्थे। कई जिहड़े उत्थों के माहर हुंदे सियासी उन्होंने गल की, मैं किसी ऑफिशियल कांग्रेस के लीडर ने नहीं मैनूं दस्सिया। जिहड़े माहर ने, सर्वेखणां दे माहर ने, या पोलीटिकल एनालिसिस करने वाले लोग ने, या सीनियर पुराने जर्नलिस्ट ने, या पुराने सीनियर कांग्रेसी ने जिहड़े बहुत घੱਟ एक्टिव ने, वो कहते राहुल गांधी अपना तजर्बा करेंगे, नए लोगों को टिकट देंगे, ज़्यादा से ज़्यादा साफ लोगों को टिकट देंगे, क्योंकि केजरीवाल से मुकाबला करना है। पंजाब में राहुल गांधी जीतेंगे तो फिर दिल्ली भी जीतेंगे, फिर यूपी भी जीतेंगे, क्योंकि राहुल गांधी लिए चैलेंज है कि पंजाब च आप नाल मुकाबला है। ਇੱਥੇ ਰਾਹੁਲ ਗਾਂधी ਸਾਫ ਛਵੀ ਦੇ ਲੀਡਰਾਂ ਨੂੰ, ਨੌਜਵਾਨਾਂ ਨੂੰ ਅੱਗੇ ਦੇਖੋ। ਹੁਣ ਤੁਸੀਂ ਜਿਹੜੇ ਕਾਰਜਕਾਰੀ ਪ੍ਰਧਾਨ ਬਣਾਏ ਨੇ, ਕਿਸੇ ਨੂੰ ਉਮੀਦ ਸੀ, ਹਾਲਾਂਕਿ ਅਸੀਂ ਕਹਿ ਰਹੇ ਸੀ ਕੁਲਤਾਰ ਸੰਧਵਾ ਹੋ ਗਏ, ਗਿਲਜੀਆਂ ਸਾਹਿਬ ਹੋ ਗਏ, ਸੁਖਵਿੰਦਰ ਡੈਣੀ ਹੋ ਗਏ, ਲੇਕਿਨ ਵਿਨੋਦ ਗੋਇਲ ਕੱਢ ਲਿਆ ਰਾਹੁਲ ਗਾਂधी, ਉਹ ਵੀ ਸਰਗਰਮ ਸੀਗੇ ਕਾਂਗਰਸ 'ਚ। ਅਸੀਂ ਨਹੀਂ ਸੀ ਸੋਚਿਆ, ਪਰ ਉਹ ਰਾਹੁਲ ਗਾਂधी ਕੱਢ ਲਿਆ। ਸਰਪ੍ਰਾਈਜ਼ ਦੇਤਾ, 4 ਚੋਂ 1 ਦਾ 25% ਦਾ ਸਰਪ੍ਰਾਈਜ਼ ਹੋ ਗਿਆ ਗਗਨ। ਸੋ ਜੇ 117 ਚੋਂ 25% ਦਾ ਵੀ ਸਰਪ੍ਰਾਈਜ਼ ਦੇ ਗਏ ਰਾਹੁਲ ਗਾਂधी, 100 ਚੋਂ 25 ਸੀਟਾਂ, ਉਹ 17 ਦਾ 25 ਲੈ ਲਓ ਜੀ। ਸੋ 25-30 ਸੀਟਾਂ ਤਾਂ ਸਰਪ੍ਰਾਈਜ਼ ਹੋ ਗਈਆਂ। ਜੇ 25-30 ਸੀਟਾਂ ਰਾਹੁਲ ਗਾਂधी ਸਰਪ੍ਰਾਈਜ਼ ਦੇ ਗਏ, ਨਵੇਂ ਚਿਹਰੇ ਦੇ ਗਏ, ਇਮਾਨਦਾਰ ਚਿਹਰੇ ਦੇ ਗਏ, ਔਰ ਕੱਟੀਆਂ ਕਿੱਥੇ ਨੇ? ਜੇ ਕੋਈ ਮੰਤਰੀ ਦੀਆਂ ਟਿਕਟਾਂ ਕੱਟਤੀਆਂ, ਕੋਈ ਲੋਕ ਬਾਹਲੇ ਸਵਾਲਾਂ 'ਚ ਸੀ ਉਹਨਾਂ ਦੀਆਂ ਟਿਕਟਾਂ ਕੱਟਤੀਆਂ, ਤੇ ਰਾਹੁਲ ਗਾਂधी केजरीवाल की तरह एक क्लीन इमेज बनाने कामयाब हो जाएंगे, स्थापित करने कामयाब हो जाएंगे। उही फायदा उन्होंने दिल्ली च मिलू, यूपी च मिलू। सो राहुल गांधी भी पंजाब दे विच अपनी पार्टी का अक्स बदलना चाहते हैं। इस करके जो टिकटां की वंड होनी है, कैप्टन अमरिंदर, नवजोत सिंह सिद्धू, राहुल गांधी की भूमिका नूं नकार नहीं सकते। और ये भी पता है कि कैप्टन अमरिंदर और राहुल गांधी के विच बहुत ज़्यादा कहते सियासी ट्यूनिंग नहीं है। पिछले समय कैप्टन ने कुछ अजिहे बयान दिते, बाद दे विच हालांकि कैप्टन अमरिंदर ने तारीफ भी की कई बार राहुल गांधी की कि हुण वो प्रधानमंत्री बन सकते हैं, काबल ने। पर एक वक्त है हर चीज़ का। हुण राहुल गांधी का तजर्बे करने का वक्त है, प्रियंका गांधी का तजर्बे करने का वक्त है, उन्होंने सिद्धू नूं नाल लैके तजर्बे करने ने। इस करके पंजाब च वड्डा बदलाव है। इस करके MLA गल समझते हैं। हुण जिहड़े MLA आप 35-35, 40-40, 45-45 सालां दे ने, वो भी समझते हैं कि सिद्धू 58 दा है, राहुल गांधी 55 तो घट है, प्रियंका गांधी भी 51, 52, 53, 54, 55 राहुल गांधी नालों 5-6 साल वड्डी है। लगभग सिद्धू तो 2-3 साल छोटे हो सकते हैं प्रियंका गांधी। इस करके ये समीकरण तो तुसी समझो गगन कि इस रूप च जाने ने। इस करके विधायकों का समर्थन सिद्धू नाल बनिया ही रहना है जब तक सिद्धू ते प्रियंका गांधी ते राहुल गांधी का साथ बनया होया। सो वक्त है, जिन्नी देर वो कैप्टन अमरिंदर नाल सी, उन्नी देर कैप्टन अमरिंदर का पलड़ा बहुत भारी सी। हुण कैप्टन अमरिंदर सीनियर लीडर तो ने, जिमें सोनिया गांधी की इज्जत है, इस तरह कैप्टन अमरिंदर की इज्जत है।
ਪਰ ਹੁਣ ਫੈਸਲਾ ਤਾਂ ਪ੍ਰਿੰਕਾ ਤੇ ਰਾਹੁਲ ਗਾਂਧੀ ਨੇ ਲਿਆ ਨਾ। ਇਸੇ ਤਰ੍ਹਾਂ ਕੈਪਟਨ ਅਮਰਿੰਦਰ ਦੇ ਹੱਥੋਂ ਜਿਹੜਾ ਫੈਸਲਾ ਹੋਣਾ ਹੈ ਹੁਣ ਉਹ ਘੱਟ ਹੋਣਾ ਹੈ, ਨੋ ਡਾਊਟ, ਇਹ 'ਚ ਕੋਈ ਸ਼ੱਕ ਨਹੀਂ। ਕੈਪਟਨ ਅਮਰਿੰਦਰ ਦੀ ਸਿਫਾਰਿਸ਼ ਨਾਲ ਵੀ ਟਿਕਟਾਂ ਮਿਲਣਗੀਆਂ, ਪਰ ਉਨੀਆਂ ਨਹੀਂ ਮਿਲਣਗੀਆਂ ਜਿੰਨੀਆਂ ਸਿੱਧੂ ਦੀ ਰਿਕਮੈਂਡੇਸ਼ਨ ਜਾਂ ਹਾਈ ਕਮਾਂਡ ਦੀ ਰਿਕਮੈਂਡੇਸ਼ਨ ਦੇ ਨਾਲ ਮਿਲਣਗੀਆਂ। ਇਸ ਕਰਕੇ ਵਿਧਾਇਕਾਂ ਦਾ ਰੁਖ ਤੁਸੀਂ ਸਮਝ ਸਕਦੇ ਹੋ ਕਿਵੇਂ ਰਹੂਗਾ। ਵਿਧਾਇਕ ਵੀ ਬੜੇ ਡਿਪਲੋਮੈਟਿਕ ਨੇ, ਵਿਧਾਇਕ ਅੱਜ ਉੱਥੇ ਨੇ ਤੇ ਕੱਲ ਉੱਥੇ ਨੇ। ਆਪਾਂ ਦੇਖਿਆ ਹੀ ਆ ਥੋੜ੍ਹੇ ਦਿਨ ਪਹਿਲਾਂ ਤਾਂ ਜਿਹੜੇ ਉੱਧਰ ਸੀ ਸਾਰੇ ਉੱਧਰ ਆ ਗਏ, ਬਹੁਤ ਗਿਣਤੀ। ਬਿਲਕੁਲ। ਜੜੇਲਾ ਸਾਹਿਬ, ਉੱਧਰ ਹੁਣ ਆਮ ਆਦਮੀ ਪਾਰਟੀ ਦੇ ਵੱਲ ਵੀ ਰੁਖ ਕਰੀਏ। ਹਾਲਾਂਕਿ ਚਰਚਾਵਾਂ ਬਹੁਤ ਤੁਰੀਆਂ ਕੱਲ, ਪਰ ਉਸ ਤੋਂ ਬਾਅਦ ਰਾਘਵ ਚੱਡਾ ਨੇ ਵੀ ਜਿਹੜੇ ਉਸ ਚਰਚਾਵਾਂ ਦੇ ਉੱਤੇ ਸਫਾਇਆ ਕਰਤਾ ਕਿ ਅਜਿਹਾ ਕੁਝ ਨਹੀਂ। ਪਰ ਕੀ ਲੱਗਦਾ ਹੈ ਆਮ ਆਦਮੀ ਪਾਰਟੀ ਦਾ ਆਧਾਰ ਹੁਣ ਪੰਜਾਬ ਦੇ ਵਿੱਚ ਕਿਸ ਕਦਰ ਚੱਲਦਾ ਪਿਆ? ਕਿਉਂਕਿ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਹਜੇ ਵੀ ਸ਼ਸ਼ੋਪੰਜ ਦੇ ਵਿੱਚ ਹੈ ਆਮ ਆਦਮੀ ਪਾਰਟੀ। ਸਿੱਖ ਚਿਹਰੇ ਦਾ ਤਾਂ ਐਲਾਨ ਕਰਤਾ, ਪਰ ਚਿਹਰਾ ਹਜੇ ਤੱਕ ਸਾਹਮਣੇ ਨਹੀਂ ਲਿਆਂਦਾ ਗਿਆ। ਕਹਿੰਦੇ ਆਉਣ ਵਾਲੇ ਦਿਨਾਂ 'ਚ ਕੇਜਰੀਵਾਲ ਸਾਹਿਬ ਵੀ ਪੰਜਾਬ ਆ ਸਕਦੇ ਨੇ। ਕੀ ਚਰਚਾਵਾਂ ਨੇ? ਕੀ ਲੱਗਦਾ ਕਿ ਕੁਝ ਹੋ ਸਕਦਾ ਆਮ ਆਦਮੀ ਪਾਰਟੀ? ਦੇਖੋ, ਆਮ ਆਦਮੀ ਪਾਰਟੀ ਔਰ ਸੰਯੁਕਤ ਅਕਾਲੀ ਦਲ, ਉਸ ਵੇਲੇ ਢੀਂਡਸਾ ਸਾਹਿਬ ਦੀ ਪਾਰਟੀ, ਇਹਨਾਂ ਦੀ ਗੱਲਬਾਤ ਤਾਂ ਹੋਈ ਸੀ ਆਮ ਆਦਮੀ ਪਾਰਟੀ ਨਾਲ, ਪਰ ਉਹ ਵਿੱਚ ਰਹਿ ਗਈ ਕਿਉਂਕਿ ਕਈ ਤਰ੍ਹਾਂ ਦੇ ਬਿਆਨ ਆ ਗਏ ਲੀਡਰਾਂ ਨੇ। ਪਰ ਆਮ ਆਦਮੀ ਪਾਰਟੀ ਔਰ ਢੀਂਡਸਾ ਸਾਹਿਬ ਜਾਂ ਸੰਯੁਕਤ ਅਕਾਲੀ ਦਲ ਦੇ ਵਿਚਾਲੇ ਗੁਪਤ ਗੱਲਬਾਤ ਦੇ ਦਰਵਾਜ਼ੇ ਬੰਦ ਨਹੀਂ ਹੈ। ਇਹ ਤਾਂ ਹੁਣ ਰੱਬ ਜਾਣਦਾ ਹੈ ਜਾਂ ਆਪ ਵਾਲੇ ਜਾਣਦੇ ਨੇ ਜਾਂ ਢੀਂਡਸਾ ਸਾਹਿਬ ਜਾਣਦੇ ਨੇ ਕਿ ਇਹਨਾਂ ਦੇ ਵਿੱਚ ਗੁਪਤ ਮੀਟਿੰਗਾਂ ਹੋ ਰਹੀਆਂ ਨੇ ਜਾਂ ਨਹੀਂ ਹੋ ਰਹੀਆਂ। ਪਰ ਇਹ ਸੋਚ ਜ਼ਰੂਰ ਰਹੇ ਹੋਣਗੇ। ਸਿੱਧੂ ਦੇ ਪ੍ਰਧਾਨ ਬਣਨ ਤੋਂ ਬਾਅਦ ਆਮ ਆਦਮੀ ਪਾਰਟੀ ਨੂੰ ਇਹ ਚਿੰਤਾ ਤਾਂ ਹੈ ਕਿ ਸਿੱਧੂ ਤੋਂ ਬਿਨਾਂ ਅਸੀਂ ਕਿਹੜੇ ਚਿਹਰੇ ਨੂੰ ਅੱਗੇ ਲੈ ਕੇ ਆਈਏ। ਭਗਵੰਤ ਮਾਨ ਦੇ ਚਿਹਰੇ ਤੇ ਵਿਚਾਰ ਹੋ ਰਿਹਾ, ਇਹਦੇ 'ਚ ਕੋਈ ਦੋ ਰਾਏ ਨਹੀਂ ਹੈ, ਕਿਉਂਕਿ ਆਮ ਆਦਮੀ ਪਾਰਟੀ ਕੋਲੇ ਭਗਵੰਤ ਮਾਨ ਤੋਂ ਵੱਡਾ ਸੈਲੀਬ੍ਰਿਟੀ ਚਿਹਰਾ ਹੋਰ ਕੋਈ ਨਹੀਂ ਹੈ। ਭਗਵੰਤ ਮਾਨ ਇਸ ਵਕਤ ਪੰਜਾਬ ਦੀ ਸਿਆਸਤ 'ਚ ਸਿੱਧੂ ਤੋਂ ਬਾਅਦ ਇੱਕ ਵੱਡਾ ਸੈਲੀਬ੍ਰਿਟੀ ਹੈ। ਹੁਣ ਆਮ ਆਦਮੀ ਪਾਰਟੀ ਦਾ ਅਗਰ ਸੰਯੁਕਤ ਅਕਾਲੀ ਦਲ ਦੇ ਨਾਲ ਕੋਈ ਤਾਲਮੇਲ ਹੁੰਦਾ ਹੈ ਜਾਂ ਨਹੀਂ ਹੁੰਦਾ, ਉਹ ਤਾਂ ਵਕਤ ਜਾਣਦਾ। ਪਰ ਜੇ ਕੋਈ ਤਾਲਮੇਲ ਹੁੰਦਾ ਉਹਦੇ ਨਾਲ ਦੋਹਾਂ ਪਾਰਟੀਆਂ ਨੂੰ ਫਾਇਦਾ ਹੋ ਸਕਦਾ। ਹਾਲਾਂਕਿ ਉਹ ਨਕਾਰਤਾ ਰਾਘਵ ਚੱਡਾ ਨੇ ਵੀ ਔਰ ਅਕਾਲੀ ਦਲ ਵਾਲਿਆਂ ਨੇ ਵੀ ਕਿ ਸਾਡੀ ਕੋਈ ਬੈਠਕ ਨਹੀਂ ਹੋਈ। ਕੱਲ ਕਈ ਟੈਲੀਵਿਜ਼ਨ ਚੈਨਲਾਂ ਦੇ ਉੱਤੇ ਗੱਲ ਚੱਲ ਰਹੀ ਸੀ ਕਿ ਇਹਨਾਂ ਦਾ ਆਪਸ 'ਚ ਕੋਈ ਸਾਂਝਾ ਕਰਨ ਦਾ ਮਸਲਾ ਚੱਲ ਰਿਹਾ, ਗੱਠਜੋੜ ਦਾ ਮਸਲਾ ਚੱਲ ਰਿਹਾ, ਪਰ ਇਹਨਾਂ ਨੇ ਨਕਾਰਤਾ। ਪਰ ਅਗਰ ਇਹਨਾਂ ਦਾ ਕੋਈ ਗੱਠਜੋੜ ਹੋ ਜਾਂਦਾ ਸੰਯੁਕਤ ਅਕਾਲੀ ਦਲ ਦਾ ਔਰ ਆਮ ਆਦਮੀ ਪਾਰਟੀ ਦਾ, ਉਹਦੇ ਨਾਲ ਦੋਹਾਂ ਧਿਰਾਂ ਨੂੰ ਗਗਨ ਫਾਇਦਾ ਹੋਊਗਾ। ਕਿਉਂਕਿ ਸੰਯੁਕਤ ਅਕਾਲੀ ਦਲ ਔਰ ਆਮ ਆਦਮੀ ਪਾਰਟੀ ਅਗਰ ਇਕੱਠੇ ਹੁੰਦੇ ਨੇ, ਦੋਨਾਂ ਦਾ ਵੋਟ ਸ਼ੇਅਰ ਵਧੂਗਾ ਔਰ ਦੋਨਾਂ ਦੇ ਵੋਟ ਸ਼ੇਅਰ ਵਧਣ ਦੇ ਨਾਲ ਅਕਾਲੀ ਦਲ ਤੋਂ ਨਾਰਾਜ਼ ਪੰਥਕ ਵੋਟ ਹੈ ਜਿਹੜੀ, ਉਹ ਸੰਯੁਕਤ ਅਕਾਲੀ ਦਲ ਨਾਲ ਫਿਰ ਜਾ ਸਕਦੀ ਹੈ। ਕਿਉਂਕਿ ਉਸ ਪੰਥਕ ਵੋਟ ਨੂੰ ਭਰੋਸਾ ਹੋ ਜਾਊਗਾ ਕਿ ਅਗਰ ਸੰਯੁਕਤ ਅਕਾਲੀ ਦਲ ਤੇ ਆਪ ਇਕੱਠੇ ਹੋ ਗਏ ਤੇ ਇਕੱਠੇ ਹੋ ਕੇ ਕੁਝ ਕਰ ਸਕਦੇ ਨੇ। ਅੱਜ ਕੱਲ੍ਹ ਜਿਹੜਾ ਵੋਟਰ ਹੈ ਨਾ, ਉਹ ਪਹਿਲਾਂ ਇਹ ਦੇਖਦਾ ਵੀ ਜਿਹਨੂੰ ਮੈਂ ਵੋਟ ਪਾਉਣੀ ਹੈ ਕਿ ਉਹਦੀ ਸਰਕਾਰ ਬਣਦੀ ਹੈ। ਕੋਈ ਵੀ ਵੋਟਰ ਇਹ ਨਹੀਂ ਪਸੰਦ ਕਰਦਾ ਵੀ ਮੈਂ ਜਿਹਨੂੰ ਵੋਟ ਪਾ ਕੇ ਆਵਾਂ ਉਹ ਉਮੀਦਵਾਰ ਹਾਰ ਜੇ। ਇਸ ਕਰਕੇ ਅਗਰ ਆਪ ਔਰ ਸੰਯੁਕਤ ਅਕਾਲੀ ਦਲ ਦਾ ਗੱਠਜੋੜ ਹੁੰਦਾ, ਉਹਦੇ ਨਾਲ ਪੰਜਾਬ 'ਚ ਪੂਰੀ ਤਰ੍ਹਾਂ ਨਾਲ ਤਿਕੋਣਾ ਮੁਕਾਬਲਾ ਬਣਨ ਦੀ ਸੰਭਾਵਨਾ ਬਣਦੀ ਹੈ। ਬਸਪਾ ਅਕਾਲੀ ਇੱਕ ਪਾਸੇ ਹੈ, ਆਪ ਸੰਯੁਕਤ ਅਕਾਲੀ ਦਲ ਅਗਰ ਇਕੱਠੇ ਹੋ ਗਏ ਇੱਕ ਪਾਸੇ ਨੇ, ਕਾਂਗਰਸ ਇੱਕ ਪਾਸੇ ਹੈ, ਬੀਜੇਪੀ ਚੌਥੇ ਪਾਸੇ ਹੈ। ਸੋ ਇਹ ਬਾਕੀ ਤਾਂ ਇਹ ਰੱਬ ਜਾਣਦਾ ਕਿ ਇਹ ਗੱਠਜੋੜ ਹੋਊਗਾ ਜਾਂ ਨਹੀਂ ਹੋਊਗਾ। ਅਗਰ ਗੱਠਜੋੜ ਨਹੀਂ ਹੁੰਦਾ ਤਾਂ ਫਿਰ ਸੰਯੁਕਤ ਅਕਾਲੀ ਦਲ ਨੂੰ ਵੀ ਨੁਕਸਾਨ ਹੈ, ਆਮ ਆਦਮੀ ਪਾਰਟੀ ਨੂੰ ਵੀ ਨੁਕਸਾਨ ਹੈ। ਕਿਉਂਕਿ ਜਾਂ ਤਾਂ ਆਮ ਆਦਮੀ ਪਾਰਟੀ ਬਸਪਾ ਨਾਲ ਗੱਠਜੋੜ ਕਰ ਲੈਂਦੀ, ਫਿਰ ਉਹ ਬਹੁਤ ਕਾਮਯਾਬ ਰਹਿਣਾ ਸੀ। ਪਰ ਅਗਰ ਬਸਪਾ ਨਹੀਂ ਤੇ ਸੰਯੁਕਤ ਅਕਾਲੀ ਦਲ ਆਪ ਅਗਰ ਇਕੱਠੇ ਹੋ ਜਾਂਦੇ ਨੇ, ਉਹਦੇ ਨਾਲ ਆਪ ਨੂੰ ਫਾਇਦਾ ਹੋਊਗਾ। ਕਿਉਂਕਿ ਆਪ ਕੋਲੇ ਇਸ ਵਕਤ ਦਿੱਕਤ ਕੀ ਹੈ, ਆਪ ਆਪਣੇ ਵਲੰਟੀਅਰਸ ਨੂੰ ਟਿਕਟਸ ਕਿੰਨੀਆਂ ਕੁ ਦਊਗਾ, ਇਹਦੇ 'ਤੇ ਸਵਾਲ ਹੈ। ਆਮ ਆਦਮੀ ਪਾਰਟੀ ਵਾਲੇ ਆਪਣੇ ਵਲੰਟੀਅਰਸ ਨੂੰ, ਪੁਰਾਣੇ ਕਾਰਜਕਰਤਾਵਾਂ ਨੂੰ ਕਿੰਨਾ ਕੁ ਅੱਗੇ ਲੈ ਕੇ ਆਉਣਗੇ, ਇਹਦੇ 'ਤੇ ਸਵਾਲ ਹੈ। ਅਗਰ ਤਾਂ ਲੈ ਆਉਣ ਬੜੀ ਚੰਗੀ ਗੱਲ ਹੈ, ਅਗਰ ਨਹੀਂ ਲੈ ਕੇ ਆਉਂਦੇ ਤੇ ਦੇਖੋ 117 ਸੀਟਾਂ ਨੇ ਗਗਨ, ਇਹਨਾਂ ਚੋਂ 20 ਸੀਟਾਂ ਤਾਂ ਆਮ ਆਦਮੀ ਪਾਰਟੀ ਪਿਛਲੀ ਵਾਰ ਜਿੱਤੀ ਸੀ। 3 ਵਿਧਾਇਕ ਤਾਂ ਛੱਡ ਕੇ ਚਲੇ ਗਏ, ਸੁਖਪਾਲ ਖਹਿਰਾ ਦੇ ਨਾਲ ਚਲੇ ਗਏ। ਸੋ ਇਹ ਜਿਹੜੀਆਂ 20 ਸੀਟਾਂ ਸੀ ਜਿਹੜੀਆਂ ਆਮ ਆਦਮੀ ਪਾਰਟੀ ਪਹਿਲਾਂ ਜਿੱਤੀ ਸੀ, ਇਹ 20 ਸੀਟਾਂ ਦੇ ਵਿੱਚੋਂ ਆਮ ਆਦਮੀ ਪਾਰਟੀ ਕਿੰਨੀਆਂ ਸੀਟਾਂ ਜਿੱਤੂ, ਪਹਿਲਾਂ ਤਾਂ ਅਸੀਂ ਇਹ ਦੇਖੀਏ। ਮੈਨੂੰ ਇਹ ਲੱਗਦਾ ਇਹਨਾਂ 20 ਸੀਟਾਂ ਦੇ ਵਿੱਚੋਂ ਆਮ ਆਦਮੀ ਪਾਰਟੀ ਸੰਗਰੂਰ ਨਾਲ ਸੰਬੰਧਿਤ ਸੀਟਾਂ ਤਾਂ ਜਿੱਤ ਸਕਦੀ ਹੈ। ਬਾਕੀ ਸੀਟਾਂ ਤੇ ਸਖਤ ਮੁਕਾਬਲਾ ਹੈ। ਸੋ ਸੰਗਰੂਰ ਦੀਆਂ 9 ਸੀਟਾਂ ਜੇ ਮੈਂ ਕੱਢ ਵੀ ਲਵਾਂ, 8-9 ਸੀਟਾਂ, ਤੇ ਮੈਂ ਇਹ ਮੰਨ ਕੇ ਚੱਲਦਾ ਕਿ ਆਮ ਆਦਮੀ ਪਾਰਟੀ 107 ਸੀਟਾਂ ਤੇ ਜਿਹੜੀ ਹੈ ਇਸ ਵਕਤ ਉਹ ਮਜ਼ਬੂਤੀ ਨਾਲ ਅੱਗੇ ਵਧੂਗੀ। ਕਿਉਂਕਿ 10 ਸੀਟਾਂ ਜਿਹੜੀਆਂ ਸਿਟਿੰਗ MLA ਹੈ, ਮੈਨੂੰ ਔਖਾ ਲੱਗਦਾ, ਉੱਥੇ ਮੁਕਾਬਲਾ ਹੈ, ਜਿੱਤ ਵੀ ਸਕਦੀ, ਹਾਰ ਵੀ ਸਕਦੀ। ਮੈਂ ਇਹ ਮੰਨ ਕੇ ਚੱਲਦਾ ਅਗਰ
ਸੰਯੁਕਤ ਅਕਾਲੀ ਦਲ ਨਾਲ ਗੱਠਜੋੜ ਹੋ ਜਾਂਦਾ, ਕੁਝ ਸੀਟਾਂ ਉਹਨਾਂ ਕੋਲੇ ਚਲੀਆਂ ਜਾਣਗੀਆਂ। ਸੋ ਘੱਟ ਸੀਟਾਂ ਦੇ ਵਿੱਚੋਂ ਆਮ ਆਦਮੀ ਪਾਰਟੀ ਨੇ ਨਤੀਜਾ ਕੱਢਣਾ ਹੈ, ਕਿਉਂਕਿ ਐਂਟੀ ਇਨਕੰਬੈਂਸੀ ਆਊਗੀ। ਜੇ ਕਾਂਗਰਸ ਕੋਲੇ ਅੱਜ 80 ਸੀਟਾਂ ਨੇ ਨਾ ਗਗਨ, ਤੇ ਇਹ 80 ਚੋਂ 80 ਨਹੀਂ ਕਾਂਗਰਸ ਜਿੱਤਦੀ। ਹੁਣ ਕਾਂਗਰਸ ਤੇ ਨਿਰਭਰ, ਹੁਣ ਆਪ ਤੇ ਨਿਰਭਰ ਕਰਦਾ ਹੈ ਕਿ ਇਹਨਾਂ 17 ਚੋਂ, ਕਿਉਂਕਿ 20 ਚੋਂ 3 ਤਾਂ ਚਲੇ ਗਏ, ਇਹਨਾਂ ਚੋਂ ਕੰਵਰ ਸੰਧੂ ਸਾਹਿਬ ਵੀ ਹਜੇ ਚਲੋ ਉਹ ਵੀ ਨਾਰਾਜ਼ ਹੀ ਚੱਲ ਰਹੇ ਨੇ। ਚਲੋ ਮੈਂ ਫਿਰ ਵੀ ਮੰਨਦਾ ਕਿ ਉਹ ਆਪ 'ਚ ਨੇ, ਮੈਂ ਮੰਨਦਾ ਉਹ ਆਪ 'ਚ ਨਹੀਂ, ਪਾਰਟੀ ਦਾ ਪੱਖ ਵੱਖਰਾ ਹੈ, ਉਹ ਮੰਨਦੇ ਜਾਂ ਨਹੀਂ ਮੰਨਦੇ ਇਹ ਉਹ ਦੱਸ ਸਕਦੇ ਨੇ। ਹੁਣ ਇਹਨਾਂ 17 ਚੋਂ ਵੀ ਅਗਰ ਸਿਟਿੰਗ ਨੂੰ ਟਿਕਟਾਂ ਮਿਲਦੀਆਂ ਨੇ ਜਾਂ ਟਿਕਟਾਂ ਬਦਲਦੀਆਂ ਨੇ, ਇਹ ਵੀ ਨਿਰਭਰ ਕਰਦਾ। ਅਗਰ ਆਮ ਆਦਮੀ ਪਾਰਟੀ ਸਿਟਿੰਗ ਐਮਐਲਏ ਨੂੰ ਟਿਕਟਾਂ ਦਿੰਦੀ ਹੈ ਤੇ ਫਿਰ ਉੱਥੇ ਵੀ ਮੁਕਾਬਲਾ ਕਿ ਸਿਟਿੰਗ ਜਿੱਤੂਗਾ ਜਾਂ ਨਹੀਂ ਜਿੱਤੂਗਾ, ਕਿ ਸਿਟਿੰਗ ਨੇ ਡਿਲੀਵਰ ਕੀਤਾ ਜਾਂ ਨਹੀਂ ਕੀਤਾ। ਇਹ ਵੀ ਸਵਾਲ ਹੋਣਾ। ਕੱਲੀ ਕਾਂਗਰਸ ਤੋਂ ਨਹੀਂ ਪੁੱਛਿਆ ਜਾਣਾ ਗਗਨ ਵੀ ਤੁਸੀਂ 80 ਨੇ ਕੀ ਕੀਤਾ, ਆਪ ਵਾਲਿਆਂ ਤੋਂ ਵੀ ਪੁੱਛਿਆ ਜਾਣਾ। ਹੁਣ ਆਪ ਦੇ ਕਾਂਗਰਸ ਦੇ 80 ਹੈ, ਅਗਰ ਮੰਨ ਲਓ 80 ਦੇ ਵਿੱਚੋਂ ਰਾਹੁਲ ਗਾਂਧੀ 40 ਸਿਟਿੰਗ ਨੂੰ ਟਿਕਟਾਂ ਦੇ ਦਿੰਦੇ, ਅਗਰ 40 ਸਿਟਿੰਗ ਨੂੰ ਟਿਕਟਾਂ ਦੇ ਦਿੰਦੇ ਨੇ ਤੇ ਇਹ 40 ਸਿਟਿੰਗ ਤੋਂ ਵੀ ਲੋਕ ਪੁੱਛਣਗੇ ਵੀ ਤੁਸੀਂ ਕੀ ਕੀਤਾ ਕੀ ਨਹੀਂ ਕੀਤਾ, ਇਹਨਾਂ ਚੋਂ ਕਿੰਨੇ ਆਉਂਦੇ ਆ ਕਿੰਨੇ ਨਹੀਂ ਆਉਂਦੇ। ਇਸ ਕਰਕੇ ਬੜੀ ਫਸਵੀਂ ਟੱਕਰ ਬਣ ਸਕਦੀ ਹੈ ਅਗਰ ਸੰਯੁਕਤ ਅਕਾਲੀ ਦਲ ਔਰ ਆਪ ਦਾ ਗੱਠਜੋੜ ਹੋ ਜੇ। ਅਗਰ ਗੱਠਜੋੜ ਨਹੀਂ ਹੁੰਦਾ ਫਿਰ ਆਮ ਆਦਮੀ ਪਾਰਟੀ ਨੂੰ ਜ਼ਿਆਦਾ ਤਾਕਤ ਲਾਉਣੀ ਪੈਣੀ ਹੈ, ਫਿਰ ਜ਼ਿਆਦਾ ਤਾਕਤ ਲਾਉਣੀ ਪੈਣੀ ਹੈ। ਹੁਣ ਇੱਥੇ ਇੱਕ ਹੋਰ ਚੀਜ਼ ਸਾਨੂੰ ਦੇਖਣ ਵਾਲੀ ਹੈ ਕਿ ਭਗਵੰਤ ਮਾਨ, ਅਗਰ ਤਾਂ ਆਮ ਆਦਮੀ ਪਾਰਟੀ ਭਗਵੰਤ ਮਾਨ ਦਾ ਚਿਹਰਾ ਅੱਗੇ ਲਿਆਉਂਦੀ ਹੈ, ਮੈਨੂੰ ਲੱਗਦਾ ਹੈ ਉਹਦੇ ਨਾਲ ਇੱਕ ਬਹੁਤ ਵੱਡਾ ਫਾਇਦਾ ਆਮ ਆਦਮੀ ਪਾਰਟੀ ਨੂੰ ਮਿਲੂਗਾ। ਅਗਰ ਭਗਵੰਤ ਮਾਨ ਨੂੰ ਅੱਗੇ ਨਹੀਂ ਲੈ ਕੇ ਆਉਂਦੀ ਆਮ ਆਦਮੀ ਪਾਰਟੀ, ਫਿਰ ਬਰਨਾਲਾ ਹਲਕਾ, ਸੰਗਰੂਰ ਹਲਕਾ, ਦੇਖੋ ਸੰਗਰੂਰ 'ਚ ਭਗਵੰਤ ਮਾਨ ਨੇ ਬਹੁਤ ਮਿਹਨਤ ਕੀਤੀ, ਬਤੌਰ ਮੈਂਬਰੀ ਪਾਰਲੀਮੈਂਟ ਦੂਜੀ ਵਾਰੀ ਭਗਵੰਤ ਮਾਨ ਜਿੱਤੇ। ਹੁਣ ਅਗਰ ਸੰਗਰੂਰ, ਅਗਰ ਆਮ ਆਦਮੀ ਪਾਰਟੀ 'ਚ ਮੁੱਖ ਮੰਤਰੀ ਦਾ ਚਿਹਰਾ ਹੋਰ ਹੈ ਤੇ ਸੰਗਰੂਰ ਦੀਆਂ 9 ਸੀਟਾਂ, ਸੰਗਰੂਰ ਦੇ ਆਲੇ ਦੁਆਲੇ ਦੀਆਂ ਸੀਟਾਂ ਤੇ ਵੀ ਸਵਾਲ ਖੜਾ ਹੋ ਜਾਣਾ, ਕਿਉਂਕਿ ਭਗਵੰਤ ਮਾਨ ਸੰਗਰੂਰ ਦੇ ਐਮਪੀ ਨੇ। ਮੈਂ ਦਿਨੇ ਕੱਲ ਬਠਿੰਡੇ ਦੇ ਕਹਿ ਗਿਆ ਸੀ, ਮਾਫੀ ਚਾਹੂੰਗਾ, ਕਈ ਵਾਰੀ ਚਿੱਤ 'ਚੋਂ ਨਿਕਲ ਜਾਂਦੀ ਗੱਲ। ਸੋ ਬਹੁਤ ਸਮੀਕਰਨ ਹਜੇ ਬਦਲਨੇ ਵਿਗੜਨੇ ਨੇ ਗਗਨ, ਪਰ ਮੇਰਾ ਇਹ ਮੰਨਣਾ ਹੈ ਕਿ ਅਗਰ ਸੰਯੁਕਤ ਅਕਾਲੀ ਦਲ ਔਰ ਆਪ ਦਾ ਕਿਤੇ ਗੱਠਜੋੜ ਹੋ ਜੇ, ਉਹਦਾ ਫਾਇਦਾ ਹੈ। ਕਰਨਾ ਹੈ ਜਾਂ ਨਹੀਂ ਕਰਨਾ ਉਹ ਆਪ ਵਾਲੇ ਜਾਣ ਸਕਦੇ ਨੇ, ਸੰਯੁਕਤ ਅਕਾਲੀ ਦਲ ਵਾਲੇ ਜਾਣ ਸਕਦੇ ਨੇ, ਪਰ ਮੈਨੂੰ ਇਹ ਲੱਗਦਾ ਹੈ ਕਿ ਪੰਜਾਬ ਦੇ ਹਿੱਤ ਲਈ ਆਪ ਔਰ ਸਿੱਧੂ, ਇਹ ਦੋਨਾਂ ਦੇ ਵਿੱਚ ਅਗਰ ਮੁਕਾਬਲਾ ਬਣਦਾ ਹੈ, ਸਿਹਤਮੰਦ ਮੁਕਾਬਲਾ ਬਣੂਗਾ। ਹੁਣ ਦੂਜੀ ਗੱਲ, ਹੁਣ ਅਕਾਲੀ ਦਲ ਕੋਲੇ ਸੀਟਾਂ ਘੱਟ ਹੈ, ਅਗਰ ਕਾਂਗਰਸ ਕੋਲੇ 80 ਦੇ ਕਰੀਬ ਹੈ, ਆਪ ਕੋਲੇ 20 ਨੇ, 2 ਬੈਂਸਾਂ ਕੋਲੇ ਨੇ, ਅਕਾਲੀ ਦਲ ਕੋਲੇ ਤਾਂ 20 ਤੋਂ ਘਟ ਗਈਆਂ ਸੀਟਾਂ। ਫਿਰ ਅਕਾਲੀ ਦਲ ਬਾਕੀਆਂ ਸੀਟਾਂ ਚੋਂ, ਬੀਜੇਪੀ ਨਾਲ ਜੁੜੀਆਂ ਸੀਟਾਂ ਚੋਂ ਕੁਝ ਉਮੀਦਵਾਰ ਲੈਣਾ ਚਾਹੂਗਾ, ਜਿੱਥੇ ਬੀਜੇਪੀ ਦੇ ਨਾਰਾਜ਼ ਹੋਣਗੇ, ਅਕਾਲੀ ਦਲ ਦੀ ਨਜ਼ਰ ਉਧਰ ਵੀ ਹੋਊਗੀ। ਫਿਰ ਬੀਜੇਪੀ ਅਗਰ ਇਕੱਲੀ ਰਹਿ ਜਾਂਦੀ ਹੈ, ਅਗਰ ਸੰਯੁਕਤ ਅਕਾਲੀ ਦਲ ਔਰ ਆਪ ਦਾ ਗੱਠਜੋੜ ਇੱਕ ਪਾਸੇ ਹੈ, ਕਾਂਗਰਸ ਇੱਕ ਪਾਸੇ ਹੈ, ਅਕਾਲੀ ਬਸਪਾ ਇੱਕ ਪਾਸੇ ਹੈ, ਫਿਰ ਬੀਜੇਪੀ ਤਾਂ ਇਕੱਲੀ ਰਹਿ ਗਈ। ਪੀਡੀਏ ਤਾਂ ਖਤਮ ਹੈ, ਹੁਣ ਸੁਖਪਾਲ ਖਹਿਰਾ ਪੀਡੀਏ ਵਾਲੇ ਚਲੇ ਗਏ ਉਧਰ ਕਾਂਗਰਸ 'ਚ, ਹੁਣ ਇਕੱਲੀ ਰਹਿ ਗਈ ਫਿਰ ਬੀਜੇਪੀ। ਬੀਜੇਪੀ ਅਗਰ ਇਕੱਲੀ 117 ਸੀਟਾਂ ਤੇ ਲੜਦੀ ਹੈ ਤੇ ਜਿਹੜੇ ਲੋਕ ਬੀਜੇਪੀ ਦੇ ਕਮਿਟਡ ਨੇ, ਵਲੰਟੀਅਰ ਨੇ, ਕੀ ਉਹ ਬੀਜੇਪੀ ਨੂੰ ਹੀ ਵੋਟ ਪਾਉਣਗੇ, ਜਾਂ ਤਾਂ ਉਹ ਬੀਜੇਪੀ ਨੂੰ ਹੀ ਵੋਟ ਪਾ ਦੇਣਗੇ ਵੀ ਅਸੀਂ ਬੀਜੇਪੀ ਦੀ ਤਾਕਤ ਪਰਖੀਏ ਵੀ ਅਸੀਂ 117 ਤੇ ਜਦੋਂ ਇਕੱਲੇ ਲੜਦੇ ਹਾਂ ਤੇ ਸਾਨੂੰ ਕਿੰਨੀਆਂ ਕੁ ਵੋਟਾਂ ਪੈਂਦੀਆਂ। ਅਗਰ ਬੀਜੇਪੀ ਦੀ ਵੋਟ ਸਾਰੀ ਬੀਜੇਪੀ ਨੂੰ ਪੈਂਦੀ ਹੈ, ਉਹਦਾ ਵੀ ਕਾਂਗਰਸ ਨੂੰ ਨੁਕਸਾਨ ਹੈ, ਉਹਦਾ ਅਕਾਲੀ ਦਲ ਨੂੰ ਵੀ ਨੁਕਸਾਨ ਹੈ। ਅਕਾਲੀ ਦਲ ਚਾਹੂਗਾ ਬੀਜੇਪੀ ਵਾਲੀ ਵੋਟ ਸਾਨੂੰ ਆ ਜੇ, ਕਾਂਗਰਸ ਚਾਹੂਗੀ ਬੀਜੇਪੀ ਵਾਲੀ ਵੋਟ ਸਾਨੂੰ ਆ ਜੇ, ਬੀਜੇਪੀ ਚਾਹੂਗੀ ਸਾਨੂੰ ਪਤਾ ਲੱਗ ਜੇ ਸਾਡੀ ਹੁਣ ਵੋਟ ਹੈ ਕਿੰਨੀ, ਸਾਡੀ ਵੋਟ ਸਾਡੇ ਕੋਲੇ ਰਵੇ। ਇਸ ਕਰਕੇ ਬੜਾ ਫਸਵਾਂ ਮੁਕਾਬਲਾ ਹੋ ਜਾਣਾ ਹੈ ਗਗਨ। ਔਰ ਸਭ ਤੋਂ ਅਹਿਮ ਚੀਜ਼ ਕੀ ਹੈ, ਮੁੱਖ ਮੰਤਰੀ ਦਾ ਚਿਹਰਾ, ਟਿਕਟਾਂ ਦੀ ਵੰਡ ਤੇ ਗੱਠਜੋੜ, ਇਹ 3 ਚੀਜ਼ਾਂ ਪੰਜਾਬ 'ਚ ਨੇ। ਮੁੱਖ ਮੰਤਰੀ ਦਾ ਚਿਹਰਾ ਅਕਾਲੀ ਦਲ ਕੋਲੇ ਪਤਾ ਹੈ ਸੁਖਬੀਰ ਬਾਦਲ ਹੈ, ਹਾਲਾਂਕਿ ਸੁਖਬੀਰ ਬਾਦਲ ਕਹਿੰਦਾ ਅਸੀਂ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ 'ਚ ਲੜਾਂਗੇ। ਅਗਰ ਵੱਡੇ ਬਾਦਲ ਸਾਹਿਬ ਨੂੰ ਵੀ ਮੁੱਖ ਮੰਤਰੀ ਦਾ ਚਿਹਰਾ ਬਣਾਉਂਦੇ ਨੇ ਤੇ ਲੋਕਾਂ ਨੂੰ ਪਤਾ ਹੈ ਕਿ ਉਹ ਬਜ਼ੁਰਗ ਐਡੇ ਸਰਗਰਮ ਨਹੀਂ ਹੈ, ਹੁਣ ਉਹਦੇ ਨਾਲ ਅਕਾਲੀ ਦਲ ਨੂੰ ਕੋਈ ਬਹੁਤਾ ਵੱਡਾ ਫਾਇਦਾ ਨਹੀਂ ਹੋਣਾ, ਕਿਉਂਕਿ ਸਭ ਨੂੰ ਪਤਾ ਹੈ ਬਾਦਲ ਸਾਹਿਬ ਜ਼ਿਆਦਾ ਵਿਚਰਦੇ ਨਹੀਂ ਹੈ, ਸਿਹਤ ਜ਼ਿਆਦਾ ਠੀਕ ਨਹੀਂ ਹੈ, ਢਿੱਲੇ ਰਹਿੰਦੇ ਨੇ, ਉਮਰ ਸਿਆਣੀ ਹੈ। ਹੁਣ ਦੂਜੇ ਪਾਸੇ ਜੇ ਸਿੱਧੂ ਆ ਜਾਂਦਾ ਉਹ ਪਹਿਲੀ ਵਾਰੀ ਮੁੱਖ ਮੰਤਰੀ ਦਾ ਚਿਹਰਾ ਬਣੂਗਾ। ਹੁਣ ਜੇ ਭਗਵੰਤ ਮਾਨ ਆ ਜਾਂਦਾ ਉਹ ਵੀ ਪਹਿਲੀ ਵਾਰੀ ਮੁੱਖ ਮੰਤਰੀ ਦਾ ਚਿਹਰਾ ਬਣੂਗਾ। ਔਰ ਇਹੀ ਬਦਲਾਅ ਹੈ ਪੰਜਾਬ ਦੀ ਸਿਆਸਤ ਦਾ ਕਿ ਇੱਕ ਪਾਸੇ ਸਿੱਧੂ ਹੈ, ਇੱਕ ਪਾਸੇ ਭਗਵੰਤ ਮਾਨ ਹੈ, ਜਾਂ ਮੰਨ ਲਓ ਕੇਜਰੀਵਾਲ ਆ ਜਾਂਦਾ ਫਿਰ ਵੀ ਸਿਆਸਤ ਦਾ ਬਦਲਾਅ ਹੈ। ਮੈਂ ਤਾਂ ਚਾਹੁੰਦਾ ਕੇਜਰੀਵਾਲ ਅਸਤੀਫਾ ਦੇ ਕੇ ਆ ਜਾਏ, ਇੱਕ ਪਾਸੇ ਸਿੱਧੂ ਹੋਵੇ, ਇੱਕ ਪਾਸੇ ਕੇਜਰੀਵਾਲ ਹੋਵੇ, ਅਲਾ ਦੇਖੋ ਪੰਜਾਬ ਦੀ ਸਿਆਸਤ ਬਦਲਦੀ। ਚਲੋ ਜੇ ਕੇਜਰੀਵਾਲ ਨਹੀਂ ਤੇ ਭਗਵੰਤ ਮਾਨ ਆ ਜਾਏ, ਸਿਆਸਤ ਫਿਰ ਬਦਲਣੀ ਹੈ। ਹੋਰ ਕੋਈ ਸਿਆਸਤ ਬਦਲਣ ਦਾ ਸਾਨੂੰ ਰਾਹ ਦਿਖਦਾ ਹੀ ਨਹੀਂ।
ਇਸ ਕਰਕੇ ਬੜੀ ਗਹਿ-ਗੱਚ ਲੜਾਈ ਐਤਕੀ ਸਿਆਸੀ ਤੌਰ ਦੇ ਉੱਤੇ ਪੰਜਾਬ 'ਚ ਹੋਣੀ ਹੈ। ਹੁਣ ਜੇ ਇੱਕ ਪਾਸੇ ਸਿੱਧੂ ਹੈ, ਇੱਕ ਪਾਸੇ ਭਗਵੰਤ ਮਾਨ ਹੈ, ਫਿਰ ਤੁਸੀਂ ਸਮਝ ਸਕਦੇ ਹੋ ਕਿ ਮੁਕਾਬਲਾ ਕਿਵੇਂ ਹੋਣਾ ਹੈ। ਬਿਲਕੁਲ, ਸੋ ਇਹ ਜ਼ਰੂਰ ਹੈ ਕਿ ਇਸ ਵਾਰ ਦਾ ਮੁਕਾਬਲਾ ਬਹੁਤ ਫਸਮਾ ਪੰਜਾਬ ਦੀ ਸਿਆਸਤ ਦੇ ਵਿੱਚ ਹਜੇ ਤੱਕ ਕਿਸੇ ਕਿਸਮ ਦੀ ਕਿਆਸ ਰਾਈ ਨਹੀਂ ਲਾ ਸਕਦੀ ਕਿ ਕਿਸ ਦੀ ਇਸ ਵਾਰ ਚੜ੍ਹਾਈ ਹੋ ਸਕਦੀ ਹੈ ਚੋਣਾਂ ਦੇ ਵਿੱਚ ਜਾਂ ਫਿਰ ਕਿਹੜਾ ਥੱਲੇ ਰਹਿ ਸਕਦਾ, ਕਿਉਂਕਿ ਇਸ ਵਾਰ ਮੁਕਾਬਲਾ ਐਂਡ ਵਾਲੇ ਦਿਨਾਂ ਤੱਕ ਵੀ ਫਸਮਾ ਰਹਿਣਾ ਹੈ। ਸੋ ਜੋ ਵੀ ਕੁਝ ਹੋਏਗਾ ਉਹ ਪੰਜਾਬ ਦੇ ਲੋਕਾਂ ਦੀਆਂ ਅੰਗੂਠੇ ਦੇ ਨਾਲ ਜੋ ਤਾਕਤ ਪੰਜਾਬ ਦੇ ਲੋਕਾਂ ਨੂੰ ਦਿੱਤੀ ਗਈ ਹੈ, ਉਂਗਲ ਦੇ ਨਾਲ ਜੋ ਤਾਕਤ ਵਰਤਣੀ ਹੈ, ਉਹ ਤਾਕਤ ਹੀ ਕਿਤੇ ਨਾ ਕਿਤੇ ਦੱਸੇਗੀ ਕਿ ਕਿਸ ਦੀ ਸਰਕਾਰ ਬਣਨੀ ਹੈ। ਸੋ ਜੋ ਵੀ ਕੁਝ ਪੰਜਾਬ ਦੀ ਸਿਆਸਤ ਦੇ ਵਿੱਚ ਹੋਣਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ, ਉਸ ਦੇ ਉੱਤੇ ਚਰਚਾ ਇਸੇ ਤਰ੍ਹਾਂ ਕਰਦੇ ਰਹਾਂਗੇ। ਫਿਲਹਾਲ ਲਈ ਇਜਾਜ਼ਤ ਲਵਾਂਗੇ। ਡਾਲਾ ਸਾਹਿਬ ਬਹੁਤ ਬਹੁਤ ਧੰਨਵਾਦ। ਬਹੁਤ ਧੰਨਵਾਦ ਗਗਨ ਜੀ। ਪਰ ਜਾਂਦੇ ਜਾਂਦੇ ਦੋ ਸ਼ਬਦ ਕਹਿ ਦਿਆਂ, ਪੰਥਕ ਵਿਚਾਰਧਾਰਾ ਉਭਾਰਨ ਦੀ ਕੋਸ਼ਿਸ਼ ਕਰ ਰਹੇ ਆ ਸੰਯੁਕਤ ਅਕਾਲੀ ਦਲ। ਪਰਸੋਂ ਜਲੰਧਰ ਮੀਟਿੰਗ ਕੀਤੀ ਇਹਨਾਂ ਨੇ, ਬਹੁਤ ਵੱਡੀ ਗਿਣਤੀ 'ਚ ਜ਼ਿਲ੍ਹਾ ਪ੍ਰਧਾਨ ਆਏ, ਇਹਨਾਂ ਦੇ ਸੂਬੇ ਦੇ ਲੀਡਰ ਆਏ, ਜ਼ਿਲ੍ਹਿਆਂ ਦੇ ਪ੍ਰਧਾਨ ਆਏ, ਔਰ ਮੈਂ ਮਹਿਸੂਸ ਕੀਤਾ ਕਿ ਜਿੰਨੀ ਤਾਕਤ ਨਾਲ ਸੁਖਦੇਵ ਢੀਂਡਸਾ ਸੰਯੁਕਤ ਅਕਾਲੀ ਦਲ ਇਕੱਠਾ ਹੋਇਆ ਪਰਸੋਂ ਚੌਥ ਜਲੰਧਰ, ਇਸ ਤੋਂ ਪਹਿਲਾਂ ਮੈਂ ਇੰਨੇ ਇਕੱਠੇ ਲੋਕ ਕਦੀ ਨਹੀਂ ਦੇਖੇ। ਇਹਦਾ ਮਤਲਬ ਕੀ ਹੈ ਕਿ ਇੱਕ ਮੌਕਾ ਇਹਨਾਂ ਕੋਲੇ ਵੀ ਹੈਗਾ। ਅਗਰ ਆਪ ਨਾਲ ਕਿਤੇ ਤਾਲਮੇਲ ਹੁੰਦਾ, ਆਪ ਦਾ ਤੇ ਸੰਯੁਕਤ ਅਕਾਲੀ ਦਲ ਦਾ ਅਗਰ ਕਿਤੇ ਗੱਠਜੋੜ ਹੁੰਦਾ, ਕੋਈ ਸਮਝੌਤਾ ਹੁੰਦਾ, ਉਹਦੇ ਨਾਲ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਫੇਰ ਨਵਾਂ ਟਵਿਸਟ ਟਰਨਿੰਗ ਪੁਆਇੰਟ ਆ ਜਿਹੜਾ ਉਹ ਨਜ਼ਰ ਆਊਗਾ। ਬਾਕੀ ਇਹ ਸਾਰੇ ਮੇਰੇ ਅਨੁਮਾਨ ਨੇ, ਸਿਆਸੀ ਓਪੀਨੀਅਨ ਹੈ। ਕੋਈ ਵੀ ਧਿਰ ਕਿਸੇ ਨੂੰ ਕਿਸੇ ਗੱਲ ਤੋਂ ਅਸਹਿਮਤੀ ਹੈ, ਤੁਹਾਡੇ ਸਾਰਿਆਂ ਦਾ ਸਵਾਗਤ ਹੈ। ਤੁਸੀਂ ਵੀ ਆਪਣੀ ਗੱਲ ਰੱਖ ਸਕਦੇ ਹੋ। ਸਾਰਿਆਂ ਦੇ ਵਿਚਾਰਾਂ ਦਾ ਸਵਾਗਤ ਹੈ। ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ ਜੀ।